ਰਾਜਾ ਵੜਿੰਗ ਚੁਣੌਤੀ ਦਾ ਦੂਜਾ ਨਾਮ ਹੈ ਔਰ ਜਦੋਂ ਚੁਣੌਤੀ ਮਿਲੀ ਹੈ ਕਦੇ ਜਾਂ ਚੁਣੌਤੀ ਆਈ ਹੈ ਸੱਚੇ ਪਾਤਸ਼ਾਹ ਨੇ ਹਮੇਸ਼ਾ ਤਿਲਕ ਲਾਇਆ ਸਾਲ ਪੁਰਾਣੀ ਜਿਨ੍ਹਾਂ ਦੀ ਸਰਕਾਰ ਹੈ 92 ਸੀਟਾਂ ਨੇ ਉਹਨਾਂ ਨੇ ਸਾਡੇ ਹੀ ਉਮੀਦਵਾਰ ਨੂੰ ਆਪਦਾ ਉਮੀਦਵਾਰ ਬਣਾ ਲਿਆ। दो ਤੁਹਾਡੇ ਸਾਥੀ ਕਾਂਗਰਸ ਦੇ ਦੋਨੋਂ ਸਾਬਕਾ ਵਿਧਾਇਕ ਚਾਹੇ ਸੁਰਿੰਦਰ ਚੌਧਰੀ ਨੇ ਚਾਹੇ ਸੁਸ਼ੀਲ ਰਿੰਕੂ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਤੁਹਾਡੀ ਕਮਾਂਡ ਦੇ ਥੱਲੋਂ ਨਿਕਲ ਕਿਵੇਂ ਗਏ ਆਮ ਆਦਮੀ ਪਾਰਟੀ ਲੈ ਕਿਵੇਂ ਗਈ ਇਹਨਾਂ ਨੂੰ ਚੌਧਰੀ ਜਗਜੀਤ ਸਿੰਘ ਮਾਸਟਰ ਗੁਰਬੰਤਾ ਸਿੰਘ ਦਾ ਬਹੁਤ ਵੱਡਾ ਨਾਮ ਸੀਗਾ ਉਹਨਾਂ ਦੇ ਸੁਪੁੱਤਰ ਸੀ ਕਈ ਵਾਰੀ ਇੱਕ ਅੱਧੀ ਵਾਰੀ ਜਿਹੜੀ ਟਿਕਟ ਮਿਲੀ ਹੈ ਸੁਰਿੰਦਰ ਜੀ ਨੂੰ ਇਸ ਕਰਕੇ ਮਿਲ ਗਈ ਕਿ ਨਹੀਂ ਯਾਰ ਕੋਈ ਗੱਲ ਨਹੀਂ ਮਾਈਟ ਬੀ ਹੀ ਵਿਲ ਲੂਜ਼ ਅ ਸੀਟ ਪਰ ਇਸ ਬੰਦੇ ਨੂੰ ਦੇਣੀ ਹੈ ਕਿਉਂਕਿ ਇਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਅੱਜ ਉਹ ਚਲਾ ਗਿਆ ਕੱਲ ਦੇ ਅਸੀਂ ਲੱਗਿਆ ਕਿ ਸੁਰਿੰਦਰ ਗਿਆ ਅੱਜ ਜਿਹੜੇ ਉੱਥੇ ਇੰਚਾਰਜ ਲੱਗੇ ਉਹ ਇਹ ਗੱਲ ਕਹਿੰਦੇ ਕਿ ਚੰਗਾ ਹੋ ਗਿਆ ਤੁਹਾਨੂੰ ਪਤਾ ਨਹੀਂ ਇਹਦਾ ਫਾਇਦਾ ਹੋਣ ਵਾਲਾ ਬੀਜੇਪੀ ਦੇ ਮਾਈਂਡ 'ਚ ਇਹ ਰਹਿੰਦਾ ਕਿ ਅਸੀਂ ਵੋਟ ਤਾਂ ਨਰਿੰਦਰ ਮੋਦੀ ਦੇ ਨਾਮ ਤੇ ਮੰਗਦੇ ਸੋ ਇਦਾਂ ਕੁਝ ਨਹੀਂ ਹੈ ਨਰਿੰਦਰ ਮੋਦੀ ਇਹ ਪੰਜਾਬ ਦੇ ਵਿੱਚ ਫਿਰ ਇਦਾਂ ਜਲਵਾ ਪਹਿਲਾਂ ਚੱਲਿਆ ਕਿਉਂ ਨਹੀਂ ਫਿਰ ਤਾਂ ਪਹਿਲਾਂ ਵੀ ਚੌਧਰੀ ਸੰਤੋਖ ਸਿੰਘ ਜੀ ਨੇ ਹਾਰ ਜਾਣਾ ਸੀ ਨਾ ਪਹਿਲਾਂ ਦੇ ਨਿਕਲ ਗਈ ਸੀ ਵੋਟ ਵੋਟ ਸਿੰਘ ਚੰਨੀ ਨੂੰ ਬੜਾ ਔਰ ਜਿੱਥੋਂ ਤੁਸੀਂ ਜਾ ਰਿਹਾ ਬੀਜੇਪੀ ਦੇ ਵਿੱਚ ਸ਼ਾਮਲ ਕਰਾ ਲਈ ਤੁਸੀਂ ਉਹਨਾਂ ਦੇ ਘਰ ਪਹੁੰਚ ਜਾਂਦੇ ਹੋ ਕਿ ਇਦਾਂ ਦੀ ਜਾਣਕਾਰੀ ਤੁਹਾਨੂੰ ਮਿਲੀ ਨਹੀਂ ਪੰਜਾਬ ਕਾਂਗਰਸ ਪਾਰਟੀ ਨੇ ਜਿਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਉਹ ਨਾਰਾਜ਼ ਕਿਵੇਂ ਹੋ ਸਕਦਾ ਹਮੇਸ਼ਾ ਜਦੋਂ ਵੀ ਜੇ ਲੱਗਦਾ ਹੈ ਕਿ ਕਾਂਗਰਸ ਅਬ ਜਾ ਰਹੀ ਹੈ ਨਾਲ ਹੀ ਇੱਕ ਪ੍ਰਚਾਰ ਤੁਹਾਡਾ ਇਹ ਵੀ ਹੋਣ ਲੱਗ ਪੈਂਦਾ ਕਿ ਵਿਦਿਨ ਪਾਰਟੀ ਸਭ ਕੁਝ ਠੀਕ ਨਹੀਂ ਹੈ ਹੁਣ ਵਿਦਿਨ ਪਾਰਟੀ ਪੋਜੀਸ਼ਨ ਕਿਵੇਂ ਦੀ ਹੈ ਨਵਜੋਤ ਸਿੰਘ ਸਿੱਧੂ ਵੀ ਵਾਪਸ ਆ ਗਏ ਨੇ ਘੁੰਮ ਰਹੇ ਨੇ ਬਾਜਵਾ ਸਾਹਿਬ ਨੇ ਆਪਣਾ ਕੰਮ ਕਰਨਾ ਹੈ ਕਈ ਵਾਰੀ ਆ ਜਾਂਦੇ ਕਈ ਵਾਰੀ ਮੈਂ ਆਪਣਾ ਕੰਮ ਕਰਨਾ ਹੈ ਦਿਲ ਮਿਲ ਰਹੇ ਹੁਣ ਸਾਰਿਆਂ ਦੇ ਔਰ ਮੈਂ ਕਹੂੰਗਾ ਮਿਲ ਰਹੇ 100% ਦੋ ਪਿਆਰ ਦੀਆਂ ਗੱਲਾਂ ਕਰ ਲਓ ਇੱਕ ਦੂਜੇ ਨਾਲ ਤਾਂ ਦਿਲ ਮਿਲ ਜਾਂਦੇ ਆ ਨਵਜੋਤ ਸਿੰਘ ਸਿੱਧੂ ਵਾਪਸ ਆਏ ਨੇ ਪਾਰਟੀ ਦੇ ਲਈ ਕਿੰਨਾ ਕੋ ਹੁਣ ਵਧੀਆ ਸਮਾਂ ਹੋ ਛੋਟੇ ਤੋਂ ਛੋਟੇ ਕਾਰਜਕਰਤਾ ਵੀ ਅਗਰ ਪਾਰਟੀ ਦੇ ਵਿੱਚ ਆਉਂਦਾ ਹੈ ਜਾਂ ਕੰਮ ਕਰਦਾ ਹੈ ਉਹਦਾ ਫਾਇਦਾ ਹੁੰਦਾ ਹੈ ਤੁਹਾਡੀ ਪ੍ਰਧਾਨਗੀ ਦੇ ਹੇਠ ਕੰਮ ਕਰਨਗੇ ਬਲਕੌਰ ਸਿੰਘ ਸਿੱਧੂ ਕਹਿ ਰਹੇ ਨੇ ਕਿ ਮੈਂ ਜਲੰਧਰ ਦੀ ਗਲੀਆਂ ਦੇ ਵਿੱਚ ਘੁੰਮਾਂਗਾ ਸਰਕਾਰ ਦੇ ਖਿਲਾਫ ਪ੍ਰਚਾਰ ਕਰਾਂਗਾ ਉਹ ਕਹਿ ਰਹੇ ਨੇ ਕਿ ਇਨਸਾਫ ਨਹੀਂ ਮਿਲ ਰਿਹਾ ਔਰ ਲਗਾਤਾਰ ਤੁਹਾਡੇ ਜਿਸ ਤਰ੍ਹਾਂ ਉਹਨਾਂ ਦਾ ਰਿਲੇਸ਼ਨ ਨੇ ਕਿਉਂ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਲੱਗਦਾ ਹੈ ਕਿ ਇਹ ਸੀਟ ਜਿੱਤਣੀ ਪੂਰੀ ਕਾਂਗਰਸ ਪਾਰਟੀ ਦੇ ਲਈ ਪੂਰੇ ਦੇਸ਼ ਦੇ ਲਈ ਬੜਾ ਵੱਡਾ ਚੈਲੰਜ ਹੈ ਬੜੀ ਵੱਡੀ ਲੋੜ ਹੈ ਔਰ ਉਪਲਬਧੀ ਹੋਏਗੀ ਜੇ ਸੀਟ ਜਿੱਤੀ ਹੈ ਕਾਂਗਰਸ ਜਲੰਧਰ ਦਾ ਲੋਕ ਸਭਾ ਦਾ ਜਿਮਨੀ ਚੋਣ ਹਰ ਪਾਰਟੀ ਦੇ ਲਈ ਵਕਾਰ ਦਾ ਸਵਾਲ ਬਣਿਆ ਹੈ ਪਰ ਉੱਥੇ ਹੀ ਹੈ ਬੜੀ ਵੱਡੀ ਚੁਣੌਤੀ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਲਈ ਬਤੌਰ ਪ੍ਰਧਾਨ ਰਾਜਾ ਵੜਿੰਗ ਦੇ ਲਈ ਹੁਣ ਚੁਣੌਤੀ ਹੈ ਉਸ ਸੀਟ ਨੂੰ ਕਾਂਗਰਸ ਦੀ ਝੋਲੀ ਦੇ ਵਿੱਚ ਪਾਣਾ ਜੋ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਨੂੰ ਮਿਲਦੀ ਆਈ ਹੈ ਸਾਡੇ ਨਾਲ ਅੱਜ ਖਾਸ ਤੌਰ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮੌਜੂਦ ਨੇ ਵੜਿੰਗ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਧੰਨਵਾਦ ਜੀ ਬਹੁਤ ਜਿਵੇਂ ਮੈਂ ਜ਼ਿਕਰ ਕੀਤਾ ਕਿ ਹਰ ਪਾਰਟੀ ਦੇ ਲਈ ਵਕਾਰ ਦਾ ਸਵਾਲ ਬਣਿਆ ਪਰ ਸਭ ਤੋਂ ਵੱਡੀ ਚੁਣੌਤੀ ਮੈਨੂੰ ਲੱਗਦਾ ਕਿ ਤੁਹਾਡੇ ਲਈ ਹੈ ਬਤੌਰ ਪ੍ਰਧਾਨ ਹੁਣ ਪ੍ਰਧਾਨਗੀ ਨੂੰ ਵੀ ਟਾਈਮ ਹੋ ਗਿਆ ਔਰ ਉਹ ਸੀਟ ਕਾਂਗਰਸ ਨੂੰ ਵਾਪਸ ਦੇਣੀ ਹੈ ਜਿਹੜੀ ਹੈ ਹੀ ਕਾਂਗਰਸ ਦੀ ਵੈਸੇ ਤਾਂ ਕਿਸੇ ਪ੍ਰਕਾਰ ਦੀ ਕੋਈ ਚੁਣੌਤੀ ਨਹੀਂ ਹੈ ਦੂਸਰੀ ਗੱਲ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਕਿ ਰਾਜਾ ਵੜਿੰਗ ਚੁਣੌਤੀ ਦਾ ਦੂਜਾ ਨਾਮ ਹੈ ਔਰ ਜਦੋਂ ਚੁਣੌਤੀ ਮਿਲੀ ਹੈ ਕਦੇ ਜਾਂ ਚੁਣੌਤੀ ਆਈ ਹੈ ਸੱਚੇ ਪਾਤਸ਼ਾਹ ਨੇ ਕਹਿੰਦੇ ਆ ਕਿ ਉੱਚੇ ਬੋਲਣਾ ਬੋਲੀਏ ਕਰਤਾਰੋ ਡਰੀਏ ਸੱਚੇ ਪਾਤਸ਼ਾਹ ਨੇ ਹਮੇਸ਼ਾ ਤਿਲਕ ਲਾਇਆ ਔਰ ਇਹ ਜਲੰਧਰ ਦੀ ਬਾਈ ਇਲੈਕਸ਼ਨ ਵੈਸੇ ਤਾਂ ਬਹੁਤ ਅਨਹੋਣੀ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਚੌਧਰੀ ਸੰਤੋਖ ਸਿੰਘ ਜੀ ਨਾਲ ਹੋਈ ਅਚਾਨਕ ਚਲੇ ਗਏ ਬੜਾ ਦੁਖਦਾਈ ਸਮਾਂ ਸੀਗਾ ਔਰ ਬਹੁਤ ਮਾੜਾ ਹੋਇਆ ਬਹੁਤ ਵੱਡਾ ਘਾਟਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਪਰ ਮੈਨੂੰ ਲੱਗਦਾ ਕਿ ਆ ਜਿਹੜੀ ਬਾਈ ਇਲੈਕਸ਼ਨ ਆਈ ਹੈ ਉਸ ਤੋਂ ਬਾਅਦ ਇਹ ਕਾਂਗਰਸ ਦੀ ਵਾਸਤੇ ਇੱਕ ਓਪਰਚੁਨਿਟੀ ਵੀ ਆਈ ਹੈ ਚੰਗਾ ਹੁੰਦਾ ਕਿ ਚੌਧਰੀ ਸਾਹਿਬ ਨਾ ਜਾਂਦੇ ਬਟ ਸੱਚੇ ਪਾਤਸ਼ਾਹ ਨੇ ਉਵੇਂ ਲਿਖਤ ਬਣਾਈ ਹੈ ਸਿਸਟਮ ਬਣਾਇਆ ਉਹ ਵਿਧੀ ਬਣਾਈ ਹੈ ਉਹ ਵਿਧੀ ਵਾਈਜ਼ ਕੰਮ ਚੱਲਦਾ ਰਹਿੰਦਾ ਸੋ ਇਹ ਚੁਣੌਤੀ ਬਿਲਕੁਲ ਹੀ ਨਹੀਂ ਹੈ ਬਿਲਕੁਲ ਹੀ ਚੁਣੌਤੀ ਗੱਲ ਕਰਾਂਗੇ ਕਿ ਰਾਹੁਲ ਗਾਂਧੀ ਲਈ ਵੀ ਬੜੀ ਇੰਪੋਰਟੈਂਟ ਬਣ ਜਾਂਦੀ ਹੈ ਪਰ ਜੇ ਪੰਜਾਬ ਦੀ ਗੱਲ ਕਰੀਏ ਤੇ ਫਿਰ ਤੁਹਾਡਾ ਮੁਕਾਬਲਾ ਦੇਖੋ ਚੋਣ ਰਣਨੀਤੀ ਦੇ ਵਿੱਚ ਤਾਂ ਤੁਹਾਨੂੰ ਦੇਖਣਾ ਪਏਗਾ ਕਿ ਤੁਹਾਡਾ ਮੁਕਾਬਲਾ ਕਿਹਦੇ ਨਾਲ ਆ ਆਮ ਆਦਮੀ ਪਾਰਟੀ ਸਰਕਾਰ ਹੈ 92 ਉਹਨਾਂ ਦੇ ਐਮਐਲਏ ਨੇ ਔਰ ਤੁਹਾਡਾ ਹੀ ਆਪਣਾ ਪਾਰਟੀ ਦਾ ਤੁਹਾਡਾ ਸਾਥੀ ਉਹਨਾਂ ਦਾ ਉਮੀਦਵਾਰ ਬਣ ਗਿਆ ਹੈ ਬੀਜੇਪੀ ਕਹਿੰਦੇ ਕਿ ਮੋਦੀ ਦੇ ਨਾਂ ਤੇ ਵੋਟਾਂ ਪੈਂਦੀਆਂ ਨੇ ਲੋਕ ਸਭਾ ਦੇ ਲਈ ਅਕਾਲੀ ਦਲ ਨੇ ਅੱਜ ਆਪਣੇ ਉਮੀਦਵਾਰ ਐਲਾਨ ਤੇ ਹਮੇਸ਼ਾ ਅਕਾਲੀ ਦਲ ਇੱਥੋਂ ਇਲੈਕਸ਼ਨ ਲੜਦਾ ਆਇਆ ਹੈ ਫਿਰ ਤੁਹਾਡੀ ਚੁਣੌਤੀ ਕਿਹਦੇ ਨਾਲ ਹੈ ਦੇਖੋ ਪਹਿਲਾਂ ਤਾਂ ਮੈਂ ਕਹਾਂਗਾ ਕਿ ਪਹਿਲੀ ਵਾਰੀ ਕਾਂਗਰਸ ਪਾਰਟੀ ਨੇ ਆਪਦਾ ਉਮੀਦਵਾਰ ਅੱਜ ਤੋਂ 15 ਦਿਨ ਪਹਿਲਾਂ ਐਲਾਨ ਦਿੱਤਾ ਗਿਆ ਸੀਗਾ ਹਾਲਾਂਕਿ ਬਹੁਤ ਸਾਰੀ ਅਕਸਰ ਇਹ ਹੁੰਦਾ ਕਿ ਕਾਂਗਰਸ ਪਾਰਟੀ ਹਮੇਸ਼ਾ ਨੋਮੀਨੇਸ਼ਨ ਦਿਨ ਤੋਂ 2-4 ਦਿਨ ਪਹਿਲਾਂ ਆਪਦੇ ਉਮੀਦਵਾਰ ਐਲਾਨਦੀ ਹੈ ਅੱਜ तमाम ਜਿਹੜੀਆਂ ਪਾਰਟੀਆਂ ਸਾਨੂੰ ਪਛੜ ਗਈਆਂ ਇਸ ਕੰਮ ਦੇ ਵਾਸਤੇ ਹਾਲਾਂਕਿ ਸਭ ਤੋਂ ਪਹਿਲਾਂ ਬੀਜੇਪੀ ਨੇ ਆਪਦਾ ਇੰਚਾਰਜ ਲਗਾਏ ਇਥੋਂ ਦੀ ਲੋਕ ਸਭਾ ਦੇ ਵਾਸਤੇ
ਦਿੱਲੀ ਤੋਂ ਜਿਹੜੇ ਇੰਚਾਰਜ ਆਏ, ਕਈ ਵਾਰੀ ਕੇਂਦਰੀ ਮੰਤਰੀ ਆ ਕੇ ਐਮਸੀਆਂ ਨੂੰ ਵੀ ਜੁਆਇਨ ਕਰਾ ਗਏ ਔਰ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਵੀ ਆਪਦੇ ਗੇੜੇ ਜਲੰਧਰ ਦੇ ਵਿੱਚ ਸ਼ੁਰੂ ਕਰਤੇ। ਲੇਕਿਨ ਦੋਨਾਂ ਪਾਰਟੀਆਂ ਨੂੰ ਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਅੱਜ ਤੋਂ 15 ਦਿਨ ਪਹਿਲਾਂ ਇੱਕ ਹੋਟਲ 'ਚ ਮੀਟਿੰਗ ਕਰਕੇ ਜਾਂਦੇ ਆ, ਪੜਤਾਲ ਕਰਕੇ ਜਾਂਦੇ ਆ ਕਿ ਕਿਹਨੂੰ ਉਮੀਦਵਾਰ ਬਣਾਈਏ। ਮੈਂ ਸਮਝਦਾ ਕਿ ਸਭ ਤੋਂ ਵੱਡੀ ਹਾਰ ਤਿੰਨਾਂ ਪਾਰਟੀਆਂ ਦੀ ਹੋਈ ਕਿ ਉਹਨਾਂ ਨੂੰ ਉਮੀਦਵਾਰ ਹੀ ਨਹੀਂ ਲੱਭੇ। ਤੁਸੀਂ ਦੇਖੋਗੇ ਕਿ ਅਗਰ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੋ, ਸਾਲ ਪੁਰਾਣੀ ਜਿਨ੍ਹਾਂ ਦੀ ਸਰਕਾਰ ਹੈ, 92 ਸੀਟਾਂ ਨੇ, ਉਹਨਾਂ ਨੇ ਸਾਡੇ ਹੀ ਉਮੀਦਵਾਰ ਨੂੰ ਆਪਦਾ ਉਮੀਦਵਾਰ ਬਣਾ, ਸਾਡੇ ਹੀ ਇੱਕ ਕੰਟੈਸਟਡ ਕੈਂਡੀਡੇਟ ਨੂੰ ਸਾਥੀ ਨੂੰ ਐਮਐਲਏ ਬਣਾ ਲਿਆ। ਇਹਦਾ ਮਤਲਬ ਆਮ ਆਦਮੀ ਪਾਰਟੀ ਦਾ ਜਿਹੜਾ ਡੱਬਾ ਹੈ ਅੱਜ ਵੀ, ਇੱਕ ਸਾਲ ਬਾਅਦ ਵੀ ਲੀਡਰਾਂ ਦਾ, ਉਹ ਖਾਲੀ ਹੈ। ਔਰ ਮੈਨੂੰ ਪਤਾ ਵੀ ਕਿੰਨੀ ਅੰਦਰ ਜੱਦੋ ਜਹਿਦ ਔਰ ਇੰਟਰਨਲ ਲੜਾਈ ਹੈ ਉਸ ਸੀਟ ਤੇ। ਵੈਸੇ ਕਿੱਦਾਂ ਮੈਂ ਸਮਝਦਾ ਕਿ ਅਗਰ ਪੰਜਾਬੀ 'ਚ ਇਹ ਕਹਿ ਲਾਂ ਕਿ ਇੱਕ ਕੁੱਤੇ ਦਾ ਵੈਰ ਹੈ ਦੋਨੇ ਆਪਸ 'ਚ, ਔਰ ਕਿਵੇਂ ਉਹਨੂੰ ਬੈਲੈਂਸ ਕੀਤਾ, ਕਿਵੇਂ ਮਨਾਇਆ, ਇਹ ਆਉਣ ਵਾਲੇ ਸਮੇਂ 'ਚ ਜਦੋਂ ਨਤੀਜੇ ਆਉਣਗੇ ਲੋਕਾਂ ਨੂੰ ਪਤਾ ਲੱਗਣਗੇ। ਔਰ ਜਿੱਥੋਂ ਦੋ ਤੁਹਾਡੇ ਸਾਥੀ ਕਾਂਗਰਸ ਦੇ ਦੋਨੋਂ ਸਾਬਕਾ ਵਿਧਾਇਕ, ਚਾਹੇ ਉਹ ਸੁਰਿੰਦਰ ਚੌਧਰੀ ਨੇ, ਚਾਹੇ ਸੁਸ਼ੀਲ ਰਿੰਕੂ, ਜਿਨ੍ਹਾਂ ਨੂੰ ਉਮੀਦਵਾਰ ਬਣਾਇਆ, ਤੁਹਾਡੀ ਕਮਾਂਡ ਦੇ ਥੱਲੋਂ ਨਿਕਲ ਕਿਵੇਂ ਗਏ? ਆਮ ਆਦਮੀ ਪਾਰਟੀ ਲੈ ਕਿਵੇਂ ਗਈ ਇਹਨਾਂ ਨੂੰ? ਕਈ ਵਾਰੀ ਨਾ ਜੀ ਜੋ ਹੁੰਦਾ ਚੰਗੇ ਹਾਸੇ ਹੁੰਦਾ ਹੈ। ਬਹੁਤ ਸਮੇਂ ਤਾਂ ਲੋਕ ਅੱਜ ਕੱਲ੍ਹ ਜਿਹੜਾ ਜ਼ਮਾਨਾ ਹੈ ਬੜਾ ਉਤੇਜਨਾ ਦਾ ਜ਼ਮਾਨਾ ਹੈ। ਓਪਰਚੁਨਿਟੀ ਕਿਸੇ ਦੇ ਦਰਵਾਜ਼ੇ ਤੇ ਆਈ, ਅਗਲਾ ਕਹਿੰਦਾ ਕਿ ਹੁਣੇ ਅਵੇਲ ਕਰੋ। ਬਹੁਤ ਸਾਰੇ ਜਿਹੜੇ ਲੋਕ ਹੈ ਸਾਡਾ, ਉਹ ਆਪਦਾ ਜਿਹੜਾ ਅਗਲਾ ਸਮਾਂ ਹੈ ਜਾਂ ਮੈਂ ਸਮਝਦਾ ਕਿ ਫਿਊਚਰ ਜਿਹੜੀ ਉਹਨਾਂ ਦੀ ਕੀ ਹੋਏਗਾ, ਉਹ ਇਹਦੇ ਬਾਰੇ ਸੋਚਦੇ ਨਹੀਂ। ਮੈਂ ਉਦਾਹਰਨ ਦੇ ਤੌਰ ਤੇ ਅੱਜ ਯੰਗ ਮੁੰਡਾ ਇੱਕ ਰਿੰਕੂ ਚਲਾ ਗਿਆ ਮੈਂਬਰ ਆਫ ਪਾਰਲੀਮੈਂਟ ਵਾਸਤੇ ਚੁਣਾਵ, ਉਹਨੂੰ ਇੱਕ ਓਪਰਚੁਨਿਟੀ ਆਈ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਲੜਦਾ ਹੈ, ਲੇਕਿਨ ਅਸੀਂ ਉਹਨੂੰ ਐਮਸੀ ਤੋਂ ਐਮਐਲਏ ਤੱਕ ਲੈ ਕੇ ਆਏ। ਅੱਜ ਉਹ ਐਮਪੀ ਬਣ ਵਾਸਤੇ ਚਲਾ ਗਿਆ, ਕੱਲ ਨੂੰ ਐਮਪੀ ਹਾਰ ਜਾਂਦਾ, ਉਹਦਾ ਸਕੋਪ ਕੀ ਹੈ, ਕਿੱਥੋਂ ਚੁਣਾਵ ਲੜੇਗਾ? ਜਾਂ ਤਾਂ ਸਿਟਿੰਗ ਐਮਐਲਏ ਨੂੰ ਕੱਲ ਨੂੰ ਕੱਢਣਗੇ ਜਾਂ ਉਹ ਰਿੰਕੂ ਨੂੰ ਰੱਖਣਗੇ, ਅਦਰਵਾਈਜ਼ ਦੇयर इज नो ਸਪੇਸ। ਕਿੱਥੋਂ ਜਾ ਕੇ ਲੜਾਉਣਗੇ ਉਹਨੂੰ? ਹੋਰ ਤਾਂ ਕਿਤੋਂ ਥਾਂ ਜਾ ਕੇ ਲੜਾਉਣੋ ਰਹੇ, ਜਾਂ ਵੈਸਟ ਵਾਲੇ ਨੂੰ ਕਹਿਣਗੇ ਕਿ ਭਾਈ ਤੈਨੂੰ ਕਿਤੇ ਅਸੀਂ ਆਦਮਪੁਰ ਤੋਂ ਜਾ ਕੇ ਲੜਾ ਦਿੰਨੇ ਰਿੰਕੂ ਵਾਸਤੇ। ਮੇਰੇ ਕਹਿਣ ਦਾ ਮਤਲਬ ਕਈ ਵਾਰੀ ਬੰਦਾ ਗਲਤੀਆਂ ਕਰ ਲਿਆ। ਹੁਣ ਤੁਸੀਂ ਚੌਧਰੀ ਸੁਰਿੰਦਰ ਸਿੰਘ ਦੀ ਗੱਲ ਕਰ ਲਓ। ਬੀਇੰਗ ਏ ਕਾਂਗਰਸ ਪ੍ਰੈਜ਼ੀਡੈਂਟ, ਮੈਂ ਇਹ ਸੋਚਦਾ ਹੁੰਦਾ ਸੀ, ਮੈਂ ਜਿੱਦੇ ਦਾ ਪ੍ਰਧਾਨ ਬਣਿਆ ਮੈਂ ਸੋਚਦਾ ਵੀ ਕਿੱਥੇ ਕਿੱਥੇ ਰਿਪਲੇਸਮੈਂਟ ਦੀ ਜ਼ਰੂਰਤ ਸੀਗੀ। ਇਸੀ ਕੈਟਾਗਰੀ 'ਚ ਮੈਂ ਲਿਖਿਆ ਹੋਇਆ ਸੀਗਾ ਕਰਤਾਰਪੁਰ ਸੀਟ ਕਿ ਵੀ ਨੀਡ ਅ ਰਿਪਲੇਸਮੈਂਟ। ਪਰ ਹਾਂ, ਰਿਪਲੇਸਮੈਂਟ ਪਿਛਲੀ ਵਾਰੀ ਵੀ ਹੋ ਜਾਣੀ ਸੀ। ਉਹ ਇਸ ਕਰਕੇ ਰਿਪਲੇਸਮੈਂਟ ਸੁਰਿੰਦਰ ਸਿੰਘ ਦੀ ਨਹੀਂ ਹੋਈ ਕਿਉਂਕਿ ਚੌਧਰੀ ਜਗਜੀਤ ਸਿੰਘ ਦੀ, ਕਿਉਂਕਿ ਕਾਂਗਰਸ ਪਾਰਟੀ ਨਾ ਕੇਵਲ ਵੋਟਾਂ ਦੇ ਵਾਸਤੇ ਵੇਖਦੀ ਹੈ, ਕਿਤੇ ਨਾ ਕਿਤੇ ਲਾਇਲਟੀ ਵੀ ਚੈੱਕ ਕਰਦੀ ਹੈ। ਚੌਧਰੀ ਜਗਜੀਤ ਸਿੰਘ, ਮਾਸਟਰ ਗੁਰਬੰਤਾ ਸਿੰਘ ਦਾ ਬਹੁਤ ਵੱਡਾ ਨਾਮ ਸੀਗਾ, ਉਹਨਾਂ ਦੇ ਸੁਪੁੱਤਰ ਸੀ। ਕਈ ਵਾਰੀ ਇੱਕ ਅੱਧੀ ਵਾਰੀ ਜਿਹੜੀ ਟਿਕਟ ਮਿਲੀ ਹੈ ਸੁਰਿੰਦਰ ਜੀ ਨੂੰ ਇਸ ਕਰਕੇ ਮਿਲ ਗਈ ਕਿ ਨਹੀਂ ਯਾਰ ਕੋਈ ਗੱਲ ਨਹੀਂ, ਮਾਈਟ ਬੀ ਹੀ ਵਿਲ ਲੂਜ਼ ਅ ਸੀਟ, ਪਰ ਇਸ ਬੰਦੇ ਨੂੰ ਦੇਣੀ ਹੈ ਕਿਉਂਕਿ ਇਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ। ਅੱਜ ਉਹ ਚਲਾ ਗਿਆ, ਉੱਥੇ ਆਲਰੇਡੀ ਸਿਟਿੰਗ ਐਮਐਲਏ, ਕਿੱਥੇ ਜਾਏਗਾ? ਧਰਮ ਪਤਨੀ ਨਾਲ ਨਹੀਂ ਗਈ। ਮੁੰਡਾ ਯੂਥ ਕਾਂਗਰਸ ਦਾ ਚੁਣਾਵ ਲੜ ਰਿਹਾ ਹੈ, ਮੁੰਡਾ ਕਹਿ ਰਿਹਾ ਕਿ ਮੈਂ ਕਾਂਗਰਸ 'ਚ ਹੀ ਰਵਾਂਗਾ, ਜਿਹੜਾ ਮੇਰੀ ਕੱਲ ਉਹਨਾਂ ਨਾਲ ਗੱਲ ਹੋਈ ਹੈ। ਮੇਰੇ ਕਹਿਣ ਦਾ ਮਤਲਬ ਕਈ ਵਾਰੀ ਇਸ ਤਰ੍ਹਾਂ ਦੇ ਘਟਨਾਕ੍ਰਮ ਤੋਂ ਬਾਅਦ ਉਹ ਕਹਿੰਦੇ ਕੁੱਬੇ ਦੇ ਲੱਤ ਵੱਜੀ ਤੇ ਸਿੱਧੀ ਪੈ ਗਈ। ਜਿਹੜੇ ਚੌਧਰੀ ਸੁਰਿੰਦਰ ਨਾਲ ਨਾਰਾਜ਼ ਸੀ ਕਈ ਸਾਲਾਂ ਤੋਂ ਲੋਕ, ਲੇਕਿਨ ਹੈ ਕੱਟੜ ਕਾਂਗਰਸੀ। ਕੱਲ ਦੇ ਅਸੀਂ ਲੱਗਿਆ ਕਿ ਸੁਰਿੰਦਰ ਗਿਆ, ਅੱਜ ਜਿਹੜੇ ਉੱਥੇ ਇੰਚਾਰਜ ਲੱਗੇ ਉਹ ਇਹ ਗੱਲ ਕਹਿੰਦੇ ਕਿ ਚੰਗਾ ਹੋ ਗਿਆ, ਤੁਹਾਨੂੰ ਪਤਾ ਨਹੀਂ ਇਹਦਾ ਫਾਇਦਾ ਹੋਣ ਵਾਲਾ। ਫਿਰ ਤੁਸੀਂ ਕੋਈ ਸਰਜੀਕਲ ਸਟ੍ਰਾਈਕ ਨਹੀਂ ਕਰ ਰਹੇ ਪਲਾਨ, ਕਿਉਂਕਿ ਇਹ ਰਿਵਾਜ ਬਣ ਗਿਆ ਹੁਣ? ਬ੍ਰਦਰ, ਮੈਂ ਸਰਜੀਕਲ ਸਟ੍ਰਾਈਕ ਆਪਦੇ ਇਲਾਕੇ 'ਚ ਮੈਂ 3 ਵਿਧਾਨ ਸਭਾ ਦੇ ਇਲੈਕਸ਼ਨ ਲੜ ਚੁੱਕਿਆ ਔਰ ਇੱਕ ਪਾਰਲੀਮੈਂਟ ਦਾ ਇਲੈਕਸ਼ਨ ਲੜ ਚੁੱਕਿਆ। ਮੈਂ ਦੇਖਿਆ ਕਿ ਜਿੰਨਾ ਪਿੰਡਾਂ ਦੇ ਵਿੱਚ ਮੈਂ ਜ਼ਿਆਦਾ ਅਕਾਲੀ ਦਲ ਦੇ ਲੋਕ ਆਪਦੇ ਨੂੰ ਰਲਾ ਲੈਂਦਾ ਸੀ, ਇਸ ਵਾਰੀ ਹੋਇਆ ਜਿੱਥੇ ਮੈਂ ਜ਼ਿਆਦਾ ਰਲਾਈ ਸੀ, ਮੈਂ ਹਮੇਸ਼ਾ ਉਹਨਾਂ ਪਿੰਡਾਂ ਜਿੱਤਦਾ ਸੀ। ਜਿੱਥੇ ਮੈਨੂੰ ਲੱਗਿਆ ਕਿ ਮੈਂ ਬਹੁਤ ਸਾਰੇ ਬੰਦੇ ਰਲਾ ਲਏ ਤੇ ਮੈਨੂੰ ਲੱਗਿਆ ਕਿ ਹੁਣ ਸਾਰਾ ਪਿੰਡ ਮਿੱਤਰਾਂ ਦਾ ਹੀ ਹੋ ਗਿਆ, ਅਕਾਲੀ ਦਲ ਬਚੇ ਹੀ ਨਹੀਂ, ਉੱਥੇ ਮੈਂ ਹਾਰ ਗਿਆ। ਉਹਦਾ ਕਾਰਨ ਕੀ ਸੀ? ਮੇਰੇ ਵਾਲਿਆਂ ਦੀ ਸਪੀਡ ਘਟ ਗਈ, ਨਵਿਆਂ ਨੂੰ ਅਡਾਪਟ ਨਹੀਂ ਕੀਤਾ, ਸਾਡੇ ਵਾਲਿਆਂ ਦੀ ਸਪੀਡ ਘਟ ਗਈ। ਯਾਨੀ ਕਿ ਵੈਸਟ ਵਾਲਿਆਂ ਦੀ, ਜਿਨ੍ਹਾਂ ਨੇ ਵੈਸਟ ਦੇ ਰਿੰਕੂ ਦੇ ਖਿਲਾਫ ਵੋਟਾਂ ਪਾ ਕੇ ਅੰਗਰਵਾਲ ਨੂੰ ਜਿਤਾਇਆ, ਅੱਜ ਅੰਗਰਵਾਲ ਠੰਡਾ ਹੋ ਗਿਆ ਹੋਣਾ। ਪਰ ਵੜਿੰਗ ਸਾਹਿਬ ਨਾਲ ਜਿੱਦਾਂ ਕਈ ਕਾਉਂਸਲਰਸ ਲੈ ਗਏ ਰਿੰਕੂ, ਕੋਈ 12-13 ਕਾਉਂਸਲਰ ਸ਼ਾਮਲ ਹੋ ਗਏ, ਇਹਦੇ ਨਾਲ ਫਿਰ 12 ਨਹੀਂ ਹੋਏ 6 ਕਾਉਂਸਲਰ। ਪਰ ਅੱਜ ਕੱਲ ਮੈਂ ਦੇਖਿਆ ਇੱਕ ਮੈਂ ਸੁਣਿਆ ਕਾਉਂਸਲਰ ਥੋੜੇ ਦਿਨ ਪਹਿਲਾਂ ਬੀਜੇਪੀ ਸ਼ਾਮਲ ਹੋ ਗਿਆ ਸੀ, ਹੁਣ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ। ਥੋੜੇ ਦਿਨ ਪਹਿਲਾਂ ਉਹ ਕਾਂਗਰਸ ਸ਼ਾਮਲ ਹੋ ਗਿਆ ਸੀ, ਉਹ ਇੱਕ ਹੁਣ ਆਮ ਆਦਮੀ ਪਾਰਟੀ 'ਚ ਹੋ ਗਿਆ। ਸੋ ਇਹ ਐਸੀਆਂ ਗੱਲਾਂ, ਐਸੇ ਲੋਕਾਂ ਨੂੰ ਲੋਕ ਬਹੁਤਾ ਚੰਗਾ ਨਹੀਂ ਸਮਝਦੇ। ਲੋਕ ਇਹ ਸਮਝਦੇ ਨੇ, ਹਰ ਵਿਅਕਤੀ ਇਹ ਸਮਝਦਾ ਕਿ ਓਪਰਚੁਨਿਟੀ ਆਪਦੇ ਫਾਇਦੇ ਵਾਸਤੇ ਕੋਈ ਵਿਅਕਤੀ ਗਿਆ,
ਇਹਦਾ ਨੀਚੇ ਉਹਨਾਂ ਨੂੰ ਕੋਈ ਫਾਇਦਾ ਮਿਲਣ ਵਾਲਾ ਨਹੀਂ ਹੈ। ਤੁਸੀਂ ਮੇਰੀ ਗੱਲ ਯਾਦ ਰੱਖਿਓ, ਜੋ ਜਲੰਧਰ ਵੈਸਟ ਔਰ ਪਾਰਟਿਕੂਲਰਲੀ ਕਰਤਾਰਪੁਰ, ਅਸੀਂ ਕਰਤਾਰਪੁਰ ਨੂੰ ਆਪਦਾ ਵੀਕ ਮੰਨਦੇ ਸੀ ਬਿਕੋਜ਼ ਆਫ ਸੁਰਿੰਦਰ ਚੌਧਰੀ, ਪਰ ਹੁਣ ਕਿਤੇ ਨਾ ਕਿਤੇ ਅਸੀਂ ਵੀ ਉਤੇਜਨਾ ਚ ਇਹ ਦੋਨੋਂ ਸਾਡੇ ਨਾਲ ਹੁੰਦੇ ਤੇ ਠੰਡੇ ਚੱਲਦੇ ਤਾਂ ਸਾਡਾ ਨੁਕਸਾਨ ਹੋ ਜਾਣਾ ਸੀ। ਅਸੀਂ ਦੋਨਾਂ ਸੀਟਾਂ ਤੇ ਹੁਣ ਇਹ ਲੱਗਿਆ ਸਾਨੂੰ ਕਿ ਨਾਓ ਵੀ ਹੈਵ ਟੂ ਫੋਕਸ, ਇਹਨਾਂ ਦੋਨਾਂ ਤੇ ਚੰਗੀ ਤਰ੍ਹਾਂ ਫੋਕਸ ਕਰਨਾ ਤਾਂ ਜੋ, ਪਰ ਮੈਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕੋਈ ਹਜੇ ਕਹਿੰਦੇ ਅੱਜ ਜਾਂ ਕੱਲ੍ਹ 'ਚ ਉਮੀਦਵਾਰ ਆਪਣਾ ਐਲਾਨ ਕਰ ਦੇਗੀ। ਔਰ ਬੀਜੇਪੀ ਦਾ ਮੰਨਿਆ ਜਾਂਦਾ ਹੈ ਕਿ ਇਹ ਸ਼ਹਿਰੀ ਹਲਕਾ ਵੀ ਹੈ, 3.5 ਹਲਕੇ ਇਸ ਜਲੰਧਰ ਲੋਕ ਸਭਾ ਦੇ ਸ਼ਹਿਰੀ ਪੈਂਦੇ ਨੇ। ਬੀਜੇਪੀ ਦਾ ਬੜਾ ਵੱਡਾ ਆਧਾਰ ਮੰਨਿਆ ਜਾਂਦਾ। ਪੇਂਡੂ ਹਲਕਿਆਂ 'ਚ ਅਕਾਲੀ ਦਲ ਦਾ ਆਧਾਰ ਮੰਨਿਆ ਜਾਂਦਾ। ਅਕਾਲੀ ਦਲ ਨੇ ਅੱਜ ਆਪਣੇ ਉਮੀਦਵਾਰ ਦਾ ਐਲਾਨ ਕਰਤਾ, ਡਾਕਟਰ ਸੁਖਵਿੰਦਰ ਸੁੱਖੀ ਨੂੰ ਉਹਨਾਂ ਨੇ ਬੰਗੇ ਵਾਲੇ ਐਮਐਲਏ ਨੂੰ ਇੱਥੇ ਜਲੰਧਰ ਤੋਂ ਉਮੀਦਵਾਰ ਬਣਾਇਆ। ਇਹਨਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਫਿਰ ਇਹ ਵੱਡੇ ਚੈਲੰਜ ਨਹੀਂ ਬਣ ਨਹੀਂ, ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ? ਬੀਜੇਪੀ ਸਟਿਲ ਭਾਲ ਰਹੀ ਹੈ, ਤਲਾਸ਼ ਦੇ ਵਿੱਚ ਹੈ। ਪਹਿਲਾਂ ਉਹਨਾਂ ਨੇ ਉਹ ਐਸਪੀ ਲਾਇਆ, ਹਜੇ ਤੱਕ ਉਹਨੂੰ ਅਨਾਉਂਸ ਨਹੀਂ ਕੀਤਾ, ਕਨਫਿਊਜ਼ਨ ਦੇ ਵਿੱਚ। ਫਿਰ ਉਹ ਅਟਵਾਲ ਸਾਹਿਬ ਦੇ ਮੁੰਡੇ ਨੂੰ ਲਿਆਏ, ਹੁਣ ਉਹ ਫੇਰ ਸਟਿਲ ਦੇਅਰ ਇਨ ਕਨਫਿਊਜ਼ਨ ਵੀ ਚੁਣਾਵ ਅਸੀਂ ਕਿਹਨੂੰ ਲੜਾਈਏ। ਬੀਜੇਪੀ ਦੇ ਮਾਈਂਡ 'ਚ ਇਹ ਰਹਿੰਦਾ ਕਿ ਅਸੀਂ ਵੋਟ ਤਾਂ ਨਰਿੰਦਰ ਮੋਦੀ ਦੇ ਨਾਮ ਤੇ ਮੰਗਾਂਗੇ। ਸੋ ਇਦਾਂ ਕੁਝ ਨਹੀਂ ਹੈ। ਨਰਿੰਦਰ ਮੋਦੀ ਇਹ ਪੰਜਾਬ ਦੇ ਵਿੱਚ ਫਿਰ ਇਦਾਂ ਜਲਵਾ ਪਹਿਲਾਂ ਚੱਲਿਆ ਕਿਉਂ ਨਹੀਂ? ਫਿਰ ਤਾਂ ਪਹਿਲਾਂ ਵੀ ਚੌਧਰੀ ਸੰਤੋਖ ਸਿੰਘ ਜੀ ਨੇ ਹਾਰ ਜਾਣਾ ਸੀ ਨਾ। ਮੇਰੇ ਕਹਿਣ ਦਾ ਮਤਲਬ ਜੇ ਬੀਜੇਪੀ ਦਾ ਇਹ ਜਲਵਾ ਪੰਜਾਬ ਦੇ ਵਿੱਚ ਚੱਲਦਾ ਤਾਂ ਫਿਰ ਅਸੀਂ 8 ਸੀਟਾਂ ਤੇ ਕਾਬਜ਼ ਕਿਵੇਂ ਰਹਿੰਦੇ? ਸੋ ਨਰਿੰਦਰ ਮੋਦੀ ਦਾ ਜਿਹੜਾ ਜਲਵਾ ਸੀਗਾ, ਜਦੋਂ ਜੋਬਨ ਤੇ ਸੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ, ਉਦੋਂ ਪੰਜਾਬ ਦੇ ਵਿੱਚ ਉਹ ਫੇਲ ਹੋ ਗਿਆ। ਅੱਜ ਉਹ ਚੱਲਣ ਦੀ ਉਮੀਦ ਨਹੀਂ ਹੈ ਜਿੱਥੇ ਇਹਨਾਂ ਕੋਲੇ ਕੈਂਡੀਡੇਟ ਹੀ ਨਹੀਂ ਹੈ। ਔਰ ਇਸ ਤਰ੍ਹਾਂ ਇਧਰੋਂ ਉਧਰੋਂ ਕੈਂਡੀਡੇਟ ਫੜ ਕੇ ਲਿਆਉਣਾ, ਜੇ ਲੁਧਿਆਣੇ ਦਾ ਕੈਂਡੀਡੇਟ ਆਏਗਾ ਜਾਂ ਪੁਲਿਸ ਵਾਲਾ ਇੱਕ ਚੁਣਾਵ ਲੜੇਗਾ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਗੱਲਾਂ ਦੇ ਨਿਕਲ ਗਈ ਸੀ ਕਿ ਵੋਟ ਚਰਨਜੀਤ ਸਿੰਘ ਚੰਨੀ ਨੂੰ ਬੜਾ ਔਰ ਜਿੱਥੋਂ ਤੁਸੀਂ ਜਾ ਰਿਹਾ ਬੀਜੇਪੀ ਦੇ ਵਿੱਚ ਸ਼ਾਮਲ ਕਰਾਉਣ ਲਈ ਤੁਸੀਂ ਉਹਨਾਂ ਦੇ ਘਰ ਪਹੁੰਚ ਜਾਂਦੇ ਹੋ ਕਿ ਇਦਾਂ ਦੀ ਜਾਣਕਾਰੀ ਤੁਹਾਨੂੰ ਮਿਲੀ? ਨਹੀਂ, ਮੈਂ ਤਾਂ ਨਾ ਮੈਂ ਤਾਂ ਇਹ ਸਾਰੀਆਂ ਮੀਡੀਆ ਦੀ ਪਰਸੈਪਸ਼ਨ ਕ੍ਰੀਏਟ ਕੀਤੀ ਹੈ। ਨਾ, ਚੰਨੀ ਸਾਹਿਬ ਬਿਲਕੁਲ ਨਾਰਾਜ਼। ਕੌਣ ਨਾਰਾਜ਼ ਹੋਏਗਾ? ਚੰਨੀ ਸਾਹਿਬ ਬੜੀ ਦੇਰ ਤੋਂ ਪੰਜਾਬ ਦਾ ਮੁੱਖ ਮੰਤਰੀ। ਨਾ ਪੰਜਾਬ ਕਾਂਗਰਸ ਪਾਰਟੀ ਨੇ ਜਿਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੋਵੇ, ਨਾਰਾਜ਼ ਕਿਵੇਂ ਹੋ ਸਕਦਾ ਹੈ? ਮੈਂ ਤਾਂ ਗਿਆ ਤੇ ਅਗਲੇ ਦਿਨ ਖਬਰਾਂ ਇਹ ਬਣਾ ਦਿੱਤੀਆਂ ਗਈਆਂ ਕਿ ਸ਼ਾਇਦ ਉਹ ਉਧਰ ਚੱਲੇ। ਚੰਨੀ ਸਾਹਿਬ ਨੇ ਸਪਸ਼ਟ ਕਰਤਾ। ਮੈਂ ਵੀ ਉਸ ਦਿਨ ਟਵੀਟ ਕੀਤਾ ਜਿਸ ਦਿਨ ਉਹਨਾਂ ਦੇ ਘਰੇ ਉਹ ਥਰੂਰ ਸਾਹਿਬ ਆਏ ਸਨ। ਚੰਨੀ ਸਾਹਿਬ ਕਿਤੇ ਨਹੀਂ ਜਾਣਗੇ। ਹੁਣ ਚੰਨੀ ਸਾਹਿਬ ਨੂੰ ਦਬਾਇਆ ਜਾ ਰਿਹਾ ਹੈ ਕਿਉਂ? ਚੰਨੀ ਸਾਹਿਬ ਨੂੰ ਵਿਜੀਲੈਂਸ ਨੇ ਸਮਨ ਕਰ ਲਿਆ ਇਮੀਡੀਏਟ, ਅਚਨਚੇਤ। ਇੱਕ 4 ਮਹੀਨੇ ਪੁਰਾਣੀ ਅਰਜੀ ਤੇ ਤੁਸੀਂ ਉਹਨਾਂ ਨੂੰ ਸਮਨ ਕਰ ਲਿਆ। ਇਸ ਗੱਲ ਤੇ ਕਿਉਂ? ਕਿਉਂਕਿ ਜਲੰਧਰ ਬਾਈ ਇਲੈਕਸ਼ਨ ਆ ਗਿਆ ਕਿ ਜਲੰਧਰ ਦੇ ਵਿੱਚ ਦਲਿਤ ਕਾਰਡ ਨਾ ਚੱਲ ਜਾਏ। ਤੁਸੀਂ ਚੱਲਿਆ ਸੀਗਾ 2022 ਦੇ ਵਿੱਚ ਆਣਗੇ ਚਰਨਜੀਤ ਸਿੰਘ ਚੰਨੀ ਤੋਂ 100% ਆਉਣਗੇ। ਦਲਿਤ ਨੂੰ ਤੁਸੀਂ ਉੱਚਾ ਚੁੱਕਣ ਦੀ ਗੱਲ ਕਰ ਸਕਦੇ ਹੋ। ਤੁਹਾਨੂੰ ਯਾਦ ਹੋਣਾ, ਮੈਂ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ ਕੇਜਰੀਵਾਲ ਸਾਹਿਬ ਨੂੰ। ਕੇਜਰੀਵਾਲ ਸਾਹਿਬ ਨੇ ਗੁਰਾਇਆ ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ਕਿਉਂਕਿ ਦਲਿਤ ਲੋਕਾਂ ਦਾ ਬੋਲਬਾਲਾ ਹੈ, ਤੇ ਕਿਹਾ ਸੀ ਕਿ ਡਿਪਟੀ ਚੀਫ ਮਿਨਿਸਟਰ ਜਿਹੜਾ ਹੋਏਗਾ ਪੰਜਾਬ ਦਾ ਉਹ ਦਲਿਤ ਹੋਏਗਾ। ਕਿੱਥੇ ਉਹ ਵਾਦਾ? ਕਿਹਾ ਸੀ ਕਿ ਨਹੀਂ ਕਿਹਾ ਸੀ? ਮੈਂ ਉਹ ਵੀਡੀਓ ਪੋਸਟ ਕੀਤੀ ਸੀ। ਤੁਸੀਂ ਪੋਸਟ ਕੀਤੀ ਵੀਡੀਓ। ਉਹਨਾਂ ਨੇ ਕਿਹਾ ਸੀ ਕਿ ਦਲਿਤ ਚੀਫ ਮਿਨਿਸਟਰ, ਦਲਿਤ ਡਿਪਟੀ ਚੀਫ ਮਿਨਿਸਟਰ ਹੋਏਗਾ। ਕੀ ਕੇਵਲ ਵੋਟਾਂ ਲੈਣ ਵਾਸਤੇ ਸੀ ਦਲਿਤ ਦੀਆਂ? ਉਸ ਦਲਿਤ ਨੂੰ ਫਿਰ ਤੁਸੀਂ ਮਿਸਟਰ ਚੀਮਾ ਨੂੰ 3-4 ਡਿਪਾਰਟਮੈਂਟ ਦਿੱਤੇ, ਉਹਨਾਂ ਤੋਂ ਕਾਰਪੋਰੇਸ਼ਨ ਫਿਰ ਵਾਪਸ ਲੈ ਲਿਆ ਗਿਆ। ਪਰ ਵੜਿੰਗ ਸਾਹਿਬ, ਆਮ ਆਦਮੀ ਪਾਰਟੀ ਕਲੇਮ ਕਰਦੀ ਹੈ ਕਿ ਅਸੀਂ ਰਿਵਾਇਤੀ ਪੋਲਿਟਿਕਸ ਨਹੀਂ ਕਰਦੇ, ਅਸੀਂ ਕੰਮ ਕਰਕੇ ਦਿਖਾਤਾ। ਹੁਣ ਸੀਐਮ ਨੇ ਬੜੇ ਅੰਕੜੇ ਜਾਰੀ ਕੀਤੇ, ਐਕਸਾਈਜ਼ ਦੇ ਵਿੱਚ ਕਹਿੰਦੇ ਰੈਵਨਿਊ ਸਾਡਾ ਵੱਧ ਗਿਆ, ਅਸੀਂ ਪੀਐਸਪੀਸੀਐਲ ਦੇ ਕਰਜ਼ੇ ਲਾਤੇ, ਅਸੀਂ ਰੈਵਨਿਊ ਵਧਾ ਰਹੇ ਹਾਂ, ਅਸੀਂ ਇਨਕਮ ਵਧਾ ਰਹੇ ਹਾਂ, ਔਰ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਆ। ਫਿਰ ਤੁਹਾਨੂੰ ਨਹੀਂ ਲੱਗਦਾ ਕਿ ਉਹ ਜੋ ਕਲੇਮ ਕਰ ਰਹੇ ਨੇ 1 ਸਾਲ ਦੀ ਜੋ ਕਾਰਗੁਜ਼ਾਰੀ ਲੈ ਕੇ ਉਹ ਪ੍ਰਚਾਰ ਕਰ ਰਹੇ ਨੇ, ਉਹਨੂੰ ਤੁਸੀਂ ਕਿਵੇਂ ਕਲੇਮ ਕਰੋਗੇ? ਦੇਖੋ, ਅੰਕੜੇ ਦੇਣ ਦੇ ਵਿੱਚ ਤਾਂ ਉਹ ਲੋਕ ਮਾਹਿਰ ਨੇ। ਉਹਨਾਂ ਨੇ ਸਾਨੂੰ, ਤੁਸੀਂ ਜਦੋਂ ਪ੍ਰੈਸ ਵਾਲਿਆਂ ਨੇ ਸਵਾਲ ਕੀਤਾ ਸੀ, ਪ੍ਰੈਸ ਵਾਲਿਆਂ ਨੇ ਸਵਾਲ ਕੀਤਾ ਕਿ ਤੁਸੀਂ ਬਹੁਤ ਸਾਰੇ ਵਾਅਦੇ ਕਰ ਰਹੇ ਹੋ, ਬਹੁਤ ਸਾਰੀਆਂ ਗਰੰਟੀਆਂ ਦੇ ਰਹੇ ਹੋ, और किवें पूरियां करोगे केजरीवाल साहब? उन्होंने कहा यूं ही हम बजट से 30,000 करोड़ रुपया जो करप्शन होती है वो बचा लेंगे, और 20 का 36,000 करोड़, 20,000 करोड़ रुपया हम यूं ही रेत से ले आएंगे, सैंड माइनिंग से। ये हो गया 56,000 करोड़। उन्होंने ये गल कही सी, ਅੱਜ ਜ਼ੀਰੋ ਤੇ ਖੜੇ ਹੈ। ਸੇਮ ਅੰਕੜੇ ਦੇ ਰਹੇ ਹੈ, ਜਦਕਿ ਮੈਂ ਕਹਿ ਰਿਹਾ ਜਦੋਂ ਬਜਟ ਪੇਸ਼ ਕੀਤਾ ਪੰਜਾਬ ਦੇ ਫਾਈਨਾਂਸ ਮਿਨਿਸਟਰ ਨੇ, ਉਹਨਾਂ ਨੇ ਇਹ ਗੱਲ ਕਹੀ, ਉਹਨਾਂ ਨੇ ਆਪਦੇ ਬਜਟ 'ਚ ਕਿਹਾ ਕਿ ਅਸੀਂ 31,000 ਕਰੋੜ ਰੁਪਏ ਦਾ ਇਸ ਸਾਲ ਕਰਜ਼ਾ ਲੈ ਲਿਆ, ਔਰ 35,000 ਕਰੋੜ ਰੁਪਏ ਦਾ ਕਰਜ਼ਾ ਅਸੀਂ ਅਨੁਮਾਨਿਤ ਬਜਟ ਦੇ ਵਿੱਚ ਹੋਰ ਪੇਸ਼ਕਸ਼ ਕੀਤੀ ਹੈ ਕਿ ਲਵਾਂਗੇ। ਯਾਨੀ ਕਿ 66,000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਉਹ 2 ਸਾਲਾਂ 'ਚ ਲੈ ਲੈਣਗੇ। ਕਾਂਗਰਸ ਨੇ 71,000 ਕਰੋੜ ਰੁਪਏ ਦਾ 5 ਸਾਲਾਂ 'ਚ ਲਿਆ ਸੀਗਾ। ਸੋ ਅੰਕੜੇ ਪੇਸ਼ ਕਰਨੇ ਬਹੁਤ ਮਾਹਰ ਹੈ। 26,000 ਲੋਕਾਂ ਨੂੰ ਨੌਕਰੀ, ਜਿਹੜੇ ਨੌਕਰੀ ਦੇਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਨੇ ਸਾਰੀ ਪ੍ਰਕਿਰਿਆ ਮੁਕੰਮਲ ਕਰਕੇ ਗਈ ਹੈ।
ਕੇਵਲ ਤੁਸੀਂ ਅਥਾਰਟੀ ਲੈਟਰ ਦੇ ਨਾਲ ਉਹਨਾਂ ਨੇ ਮੰਨ ਨਹੀਂ ਜਾਣਾ ਤੁਹਾਡੇ ਤੋਂ। ਪਰ ਸਭ ਤੋਂ ਵੱਡੀ ਆਪਣੀ ਕਿੱਥੇ 1000 ਰੁਪਇਆ ਕਿੱਥੇ ਹੈ? ਇਫ ਯੂ ਆਵਰ ਦੱਸਦੇ ਨੇ ਕਿ ਕਹਿੰਦੇ ਕਿ ਅਸੀਂ ਬਿੱਲ ਜਿਹੜੇ ਨੇ ਘਰਾਂ ਦੇ ਲੋਕਾਂ ਦੇ ਬਿੱਲ ਫ੍ਰੀ ਆਏ, ਬਿਜਲੀ ਫ੍ਰੀ ਹੋ ਗਈ, ਲੋਕਾਂ ਨੂੰ ਬਿਜਲੀ ਫ੍ਰੀ ਦਿੱਤੀ, ਉਹ ਇਹ ਪ੍ਰਚਾਰ ਲੈ ਕੇ ਚੱਲ ਰਹੇ ਨੇ। ਤੁਹਾਨੂੰ ਲੱਗਦਾ ਕਿ ਤੁਹਾਨੂੰ 400 ਯੂਨਿਟ ਅਸੀਂ ਵੀ ਦਿੰਦੇ ਸੀ ਨਾ, 400 ਯੂਨਿਟ ਅਸੀਂ ਵੀ ਦਿੰਦੇ ਸੀ ਲੋਕਾਂ ਨੂੰ, ਇਹਨਾਂ ਨੇ 600 ਯੂਨਿਟ ਦਿੱਤਾ, ਅਸੀਂ 400 ਯੂਨਿਟ ਦੇ ਰਹੇ ਸੀ ਆਲਰੇਡੀ। ਔਰ ਉਹਦੇ ਨਾਲ ਤੁਸੀਂ ਲੋਕਾਂ ਦੇ ਗਰੀਬਾਂ ਦੇ ਕਾਰਡ ਕੱਟ ਲਏ, ਉਹਦੇ ਨਾਲ ਤੁਸੀਂ ਪੈਟਰੋਲ ਤੇ ਡੀਜ਼ਲ ਤੇ 1 ਰੁਪਏ ਸੈਸ ਲਾਤਾ, ਰੇਟ ਵਧਾਤਾ, ਉਹੀ ਵਾਧੂ ਬੋਝ ਉਹਨਾਂ ਤੇ ਪਾ ਦਿੱਤਾ ਗਿਆ। ਅਸੀਂ ਸਬਸਿਡੀ ਦਿੰਦੇ ਸੀ ਲੋਕਾਂ ਨੂੰ, ਜਿਹੜੇ ਸਾਰੇ ਲੋਕ ਸੀਗੇ ਜਿੰਨੇ ਵੀ ਸੀਗੇ 7 ਕਿਲੋਵਾਟ ਤੇ ਅਸੀਂ ਤੁਹਾਨੂੰ ਜਿਹਦੇ ਕੋਲ 7 ਕਿਲੋਵਾਟ ਤੋਂ ਥੱਲੇ ਦਾ ਕਨੈਕਸ਼ਨ ਉਹਨੂੰ ਸਬਸਿਡੀ ਦਿੰਦੇ ਸੀਗੇ। ਉਹ ਉਡਾ ਦਿੱਤੀ ਗਈ ਇਹਨਾਂ ਲੋਕਾਂ ਨੇ, ਉਹ ਉਡਾ ਦਿੱਤੀ ਗਈ। ਲੇਕਿਨ ਹਾਂ ਉਹ 600 ਯੂਨਿਟ ਜਿਹੜੀ ਬਿਜਲੀ ਦੇਣ ਦਾ ਕੰਮ ਕੀਤਾ ਉਹ ਕੀਤਾ, ਲੇਕਿਨ ਕਈ ਨੌਕਰੀ ਪੇਸ਼ਾ ਲੋਕ ਹੈ ਉਹਨਾਂ ਤੋਂ ਵੀ ਤੁਸੀਂ ਟੈਕਸ ਲੈਣੇ ਹੋ, ਉਹਨਾਂ ਦੀ ਕਿਉਂ ਕੱਟ ਦਿੱਤੀ ਗਈ? ਮੇਰੇ ਕਹਿਣ ਦਾ ਮਤਲਬ 1000 ਰੁਪਏ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਗਰੀਬਾਂ ਦੇ 2500 ਰੁਪਏ ਤੁਸੀਂ ਪੈਨਸ਼ਨ ਦਾ ਵਾਅਦਾ ਕੀਤਾ ਸੀ। ਤੁਹਾਡੇ ਬਹੁਤ ਸਾਰੇ ਵਾਅਦੇ, ਤੁਸੀਂ ਇਹ ਵੀ ਕਿਹਾ ਸੀ। ਅੱਜ ਮੈਂ ਭਗਵੰਤ ਮਾਨ ਜੀ ਨੂੰ ਦੂਜਾ ਸਵਾਲ ਇਹ ਪੁੱਛਣਾ ਚਾਹੁੰਦਾ, ਤੁਸੀਂ ਕਹਿੰਦੇ ਸੀ ਕਿ ਅਸੀਂ ਬਿਨਾਂ ਗਰਦਾਵਰੀ ਤੋਂ ਤੁਹਾਨੂੰ 20000 ਰੁਪਇਆ ਮੁਆਵਜ਼ਾ ਦੇਵਾਂਗੇ, ਮੁਆਵਜ਼ਾ 20000 ਰੁਪਇਆ। ਤੇ ਅੱਜ ਕੀ ਹਾਲਾਤ ਬਣ ਗਏ? ਅੱਜ ਹਾਲਾਤ ਬਣ ਗਏ ਹੈ ਕਿ ਜਿੰਨੀ ਰਾਸ਼ੀ ਉਹਨਾਂ ਨੇ ਜਾਰੀ ਕੀਤੀ ਹੈ ਉਹਦੇ ਮੁਤਾਬਕ ਇੱਕ ਜ਼ਿਲ੍ਹੇ ਨੂੰ 9140 ਰੁਪਏ ਆਉਂਦੇ ਹੈ। ਤੁਸੀਂ ਗਰਾਊਂਡ ਤੇ ਘੁੰਮ ਰਹੇ ਹੋ, ਲੋਕ ਕੀ ਕਹਿ ਰਹੇ ਨੇ ਤੁਹਾਨੂੰ? ਜਲੰਧਰ ਦੇ ਖਾਸ ਕਰ ਲੋਕ, ਜਲੰਧਰ ਦੇ ਲੋਕ ਕਹਿੰਦੇ ਕਿ ਇਹਨਾਂ ਨੂੰ ਸਬਕ ਸਿਖਾਵਾਂਗੇ। ਲੋਕ ਅੱਜ ਕੱਲ ਭੁੱਲਦੇ ਨਹੀਂ। ਅੱਜ ਜਿੱਦਾਂ ਦਾ ਰਿੰਕੂ ਗਿਆ ਹੈ, ਲੋਕ ਉਹ ਵੀਡੀਓ ਚਲਾ ਰਹੇ ਆ, ਰਿੰਕੂ ਦੀ ਰੋਜ਼ਾਨਾ ਵੀਡੀਓ ਚਲਾ ਰਿਹਾ। ਰਿੰਕੂ ਇਹ ਸਵਾਲ ਪੁੱਛਦਾ ਸੀਗਾ ਕਿ ਮੂਸੇ ਵਾਲੇ ਦੇ ਮਰਡਰ ਕਰਾਉਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੱਥ ਹੈ, ਜਵਾਬ ਦੇਵੇ ਆਮ ਆਦਮੀ ਪਾਰਟੀ। ਉਹਨੇ ਆਪ ਪੁੱਛਿਆ। ਤੁਹਾਡਾ ਖਿਆਲ ਹੈ ਕਿ ਹੁਣ ਉਹ ਕਹਿਣਗੇ ਕਿ ਆਮ ਆਦਮੀ ਪਾਰਟੀ ਬਹੁਤ ਚੰਗੀ ਹੈ, ਉਹਨੂੰ ਵੋਟਾਂ ਪਾਵਾਂਗੇ? ਲੋਕ ਸਭ ਜਾਣਦੇ ਆ ਥੱਲੇ ਜਿਹੜੀ ਗਰਾਊਂਡ ਰਿਪੋਰਟ ਹੈ। ਮੈਨੂੰ ਤਾਂ ਇਹ ਲੱਗਦਾ ਹੈ ਕਿ ਬਿਲਕੁਲ ਆਮ ਆਦਮੀ ਪਾਰਟੀ ਹੈ ਹਾਸ਼ੀਏ ਤੇ ਨਾ ਜੀ। ਇਸ ਤਰ੍ਹਾਂ ਜ਼ਬਰਦਸਤੀ ਹੁਣ ਇਹਨਾਂ ਨੇ ਕੀ ਕੀਤਾ, ਮੈਨੂੰ ਪਤਾ ਲੱਗਿਆ ਕਿਸੇ ਆਫੀਸਰ ਨੇ ਤੋਂ ਕਿ ਸਾਰੇ ਪੰਜਾਬ ਦੇ ਜਿਹੜੇ ਮੋਟਰਸਾਈਕਲਸ ਇਹਨਾਂ ਕੋਲੇ ਪੰਜਾਬ ਪੁਲਿਸ ਕੋਲੇ ਹੈਗੇ, ਜਿਨ੍ਹਾਂ ਦੇ ਪੰਜਾਬ ਪੁਲਿਸ ਨਹੀਂ, ਜਿਹੜੇ ਕੋਈ CID ਕੋਲੇ ਹੈ, ਵਿਜੀਲੈਂਸ ਕੋਲੇ, ਉਹ ਸਾਰੇ ਇੱਥੇ ਆ ਗਏ। ਕਹਿੰਦੇ ਕਿ CID ਦਾ ਇੱਕ ਬੰਦਾ ਇੱਕ ਪਿੰਡ ਤੇ ਲਾ ਦਿੰਦਾ। ਕਿਉਂ ਖਰਾਬਾ ਕਰ ਰਹੇ ਹੋ ਪੰਜਾਬ ਦਾ? ਇਸ ਗੱਲ ਨਾਲ ਕੁਝ ਨਹੀਂ ਬਣ ਲੱਗਿਆ। ਅਗਰ ਇਸ ਤਰ੍ਹਾਂ ਬਣਦੀ ਤਾਂ ਸਭ ਤੋਂ ਭੈੜਾ ਤਾਂ ਉਹ ਡਾਕੂ ਸੀਗਾ ਆਪਣਾ ਆਦਰਨੀਆ ਸੁਖਬੀਰ ਸਿੰਘ ਬਾਦਲ। ਉਹ ਐਡਾ ਵੱਡਾ ਮਤਲਬ ਕਿ ਇਸ ਕੰਮ ਦਾ ਮਾਹਿਰ ਸੀ, ਲੇਕਿਨ ਲੋਕਾਂ ਨੇ ਛੱਡਤਾ ਉਹਨੂੰ। ਤੁਹਾਡੀ ਹੁਣ ਪਾਰਟੀ ਦੀ ਗੱਲ ਕਰਦੇ ਆ, ਮਤਲਬ ਹਮੇਸ਼ਾ ਜਦੋਂ ਵੀ ਜੇ ਲੱਗਦਾ ਹੈ ਕਿ ਕਾਂਗਰਸ ਅਬ ਜਾ ਰਹੀ ਹੈ, ਨਾਲ ਹੀ ਇੱਕ ਪ੍ਰਚਾਰ ਤੁਹਾਡਾ ਇਹ ਵੀ ਹੋਣ ਲੱਗ ਪੈਂਦਾ ਕਿ ਵਿਦਿਨ ਪਾਰਟੀ ਸਭ ਕੁਝ ਠੀਕ ਨਹੀਂ ਹੈ। ਹੁਣ ਵਿਦਿਨ ਪਾਰਟੀ ਪੋਜੀਸ਼ਨ ਕਿਵੇਂ ਦੀ ਹੈ? ਨਵਜੋਤ ਸਿੰਘ ਸਿੱਧੂ ਵੀ ਵਾਪਸ ਆ ਗਏ ਨੇ, ਘੁੰਮ ਰਹੇ ਨੇ। ਹਾਲਾਂਕਿ ਤੁਸੀਂ ਇਕੱਠੇ ਨਹੀਂ ਵਿਖਾਈ ਦਿੱਤੇ ਹੋ, ਕਦੋਂ ਇਕੱਠੇ ਵਿਖਾਈ ਦੋਗੇ? ਕਿਸ ਤਰ੍ਹਾਂ ਦੀ ਵਿਦਿਨ ਪਾਰਟੀ ਬਤੌਰ ਪ੍ਰਧਾਨ ਤੁਸੀਂ ਦੱਸੋ ਕਿ ਸਥਿਤੀ ਠੀਕ ਹੈ ਹੁਣ? ਕਿੰਨੀ ਵੱਡੀ ਕਾਂਗਰਸ ਹੈ, ਕੌਣ ਇਕੱਠੇ ਨਹੀਂ ਹੋਏ? ਮੈਂ ਤੇ ਬਾਜਵਾ ਸਾਹਿਬ ਵੀ ਕਈ ਵਾਰੀ ਇਕੱਠੇ ਦਿਖਾਈ ਨਹੀਂ ਦਿੰਦੇ। ਹੁਣ ਬਾਜਵਾ ਸਾਹਿਬ ਨੇ ਆਪਣਾ ਕੰਮ ਕਰਨਾ ਹੈ, ਕਈ ਵਾਰੀ ਆ ਜਾਂਦੇ, ਕਈ ਵਾਰੀ ਮੈਂ ਆਪਣਾ ਕੰਮ ਕਰਨਾ ਹੈ। ਦਿਲ ਮਿਲ ਰਹੇ ਹੁਣ ਸਾਰਿਆਂ ਦੇ, ਕਿਉਂਕਿ ਇਹ ਬੜਾ ਵੱਡਾ, ਜਿਵੇਂ ਮੈਂ ਸ਼ੁਰੂਆਤ ਕੀਤੀ ਕਿ ਚੈਲੰਜ ਹੁਣ ਦਿਲ ਬਾਰੇ ਲਈ ਵੀ ਹੈ, ਤੁਹਾਡਾ ਵੀ ਦਿਲ ਮਿਲ ਰਹੇ ਹੈ ਕਿ ਨਹੀਂ ਮਿਲ ਰਹੇ, ਇਹਦੇ ਬਾਰੇ ਤੁਹਾਨੂੰ ਕਿਵੇਂ ਦੱਸਿਆ ਜਾਊਗਾ? ਔਰ ਮੈਂ ਕਹੂੰਗਾ ਮਿਲ ਰਹੇ ਹੈ 100%। ਦਿਲ ਮਿਲਣ ਦੀ ਕੀ ਗੱਲ? ਜਦੋਂ ਦੋ ਨਾਲ ਫਰਕ ਪੈ ਰਿਹਾ ਕਾਂਗਰਸ ਦੋ ਪਿਆਰ ਦੀਆਂ ਗੱਲਾਂ ਕਰ ਲਓ ਇੱਕ ਦੂਜੇ ਨਾਲ ਤਾਂ ਦਿਲ ਮਿਲ ਜਾਂਦੇ ਆ, ਦੋ ਕੌੜੀਆਂ ਗੱਲਾਂ ਕਰ ਲਓ ਤਾਂ ਦਿਲ ਦੂਰ ਹੋ ਜਾਂਦੇ ਆ। ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਦਾ ਦਿਲ ਕਿਸੇ ਨਾਲ ਨਾ ਮਿਲਦਾ ਹੋਵੇ। ਹਾਂ, ਕਦੇ ਮਾੜੀ ਮੋਟੀ ਕਿਸੇ ਸਥਿਤੀ ਦੱਸਦਾ ਹੁਣ ਜਿਹੜੀ ਤੁਸੀਂ ਪਿਆਰ ਦੀ ਗੱਲਾਂ ਕਰ ਰਹੇ ਹੋ, ਤੁਹਾਡੀ ਠੀਕ ਹੈ, ਤੁਹਾਡੀ ਕਮਿਊਨੀਕੇਸ਼ਨ ਸਾਰਿਆਂ ਨਾਲ ਵਧੀਆ, ਤੁਹਾਡੇ ਰਿਲੇਸ਼ਨ ਸਭ ਨਾਲ ਵਧੀਆ ਨੇ, ਪਰ ਪ੍ਰਤਾਪ ਬਾਜਵਾ ਔਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸ਼ਰੇਆਮ ਬੋਲਦੇ ਆਏ ਨੇ, ਚਰਨਜੀਤ ਸਿੰਘ ਚੰਨੀ ਦੇ ਖਿਲਾਫ ਬੋਲਦੇ ਆਏ ਨੇ, ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੰਨੀ ਦੇ ਸ਼ਰੇਆਮ ਖਿਲਾਫ ਬੋਲਦੇ ਨੇ। ਤਾਂ ਇਹ ਜਿਹੜੀਆਂ ਪਿਆਰ ਦੀਆਂ ਗੱਲਾਂ ਤੁਸੀਂ ਬਤੌਰ ਪ੍ਰਧਾਨ ਕਹੋਗੇ ਕਿ ਸਾਰੇ ਕਰ ਲਓ ਆਪਸ ਵਿੱਚ 100%? ਮੈਂ ਤਾਂ ਚਾਹੁੰਦਾ ਕਿ ਮੈਂ ਸਾਰੇ ਮੰਚ ਤੇ ਨਜ਼ਰ ਆਣਗੇ ਪੰਜਾਬ ਨੂੰ। ਸ਼ਾਇਦ ਮੈਂ ਉਮੀਦ ਕਰਦਾ ਕਿ ਤੁਹਾਨੂੰ ਆਉਣ ਵਾਲੇ ਸਮੇਂ 'ਚ ਦਿਖਣਗੇ ਸਭ ਲੋਕ ਇੱਕ ਮੰਚ ਤੇ। ਕਾਂਗਰਸ ਦੀ ਬਿਹਤਰੀਨ ਔਰ ਖੂਬਸੂਰਤੀ ਇਸੇ ਗੱਲ 'ਚ ਹੈ। ਵੈਸੇ ਤਾਂ ਇੱਥੇ ਹਰ ਥਾਂ ਤੇ ਹਰ ਵਿਅਕਤੀ ਨੂੰ ਬੋਲਣ ਦਾ ਅਧਿਕਾਰ ਹੈ, ਇਹ ਵੀ ਨਾਲ ਇਹਦੀ ਖੂਬਸੂਰਤੀ ਹੈ। ਹਰ ਬੰਦਾ ਖੁੱਲ ਕੇ ਆਵਾਜ਼ ਬੋਲ ਸਕਦਾ ਹੈ, ਨਹੀਂ ਤਾਂ ਦਬੀ ਆਵਾਜ਼ ਅੱਜ ਕੋਈ ਬੋਲ ਨਹੀਂ ਸਕਦਾ। ਆਮ ਆਦਮੀ ਪਾਰਟੀ ਦਾ ਵਿਅਕਤੀ ਅਗਰ ਬੋਲੇਗਾ ਤਾਂ ਸਾਫ਼ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਜਿਹੜਾ ਬੋਲਿਆ ਨੂੰ ਬਾਹਰ ਕੱਢਤਾ ਪਾਰਟੀ 'ਚੋਂ। ਬੀਜੇਪੀ ਦੇ ਸਾਹਮਣੇ ਆ ਸਾਡੇ ਵਾਲੇ ਵੱਡੇ ਧਨਾਟ ਗਏ ਸੀ, ਰੋਜ਼ ਟਵੀਟ ਕਰਦੇ ਹੁੰਦੇ ਸੀ, ਅੱਜ ਲੱਭੇ ਨਹੀਂ ਥਿਆਰੇ ਕਿੱਥੇ ਹੈ। ਬੀਜੇਪੀ ਕੋਲੇ ਬੰਦੇ ਲੱਭੇ ਨਹੀਂ ਥਿਆਰੇ ਸਾਡੇ ਵਾਲੇ ਜਿਹੜੇ ਰੋਜ਼ ਸਾਡੀ ਪਾਰਟੀ ਦੇ ਵਿੱਚ ਟਵੀਟ ਕਰਦੇ ਹੁੰਦੇ ਸੀ। ਸੋ ਮੇਰੇ ਕਹਿਣ ਦਾ ਮਤਲਬ ਇਹ ਸਾਡੀ ਪਾਰਟੀ ਦੀ ਖੂਬਸੂਰਤੀ ਵੀ ਹੈ ਕਿ ਹਰ ਵਿਅਕਤੀ ਆਪਦੀ ਉੱਚੀ ਆਵਾਜ਼ ਦੇ ਵਿੱਚ
ਗੱਲ ਕਰ ਸਕਦਾ ਹੈ, ਸਿਰ ਚੱਕ ਕੇ। ਨਵਜੋਤ ਸਿੰਘ ਸਿੱਧੂ ਵਾਪਸ ਆਏ ਨੇ, ਪਾਰਟੀ ਦੇ ਲਈ ਕਿੰਨਾ ਕੋ ਹੁਣ ਵਧੀਆ ਸਮਾਂ ਹੋ? ਦੇਖੋ, ਹਰ ਵਿਅਕਤੀ ਦਾ, ਛੋਟੇ ਤੋਂ ਛੋਟੇ ਕਾਰਜਕਰਤਾ ਵੀ ਅਗਰ ਪਾਰਟੀ ਦੇ ਵਿੱਚ ਆਉਂਦਾ ਹੈ ਜਾਂ ਕੰਮ ਕਰਦਾ ਹੈ, ਉਹਦਾ ਫਾਇਦਾ ਹੁੰਦਾ ਹੈ। ਤੁਹਾਡੀ ਪ੍ਰਧਾਨਗੀ ਦੇ ਹੇਠ ਕੰਮ ਕਰਨਗੇ? ਮੈਂ ਸੁਣੋ ਮੈਂ ਕਿਸੇ ਨੂੰ ਆਪਦੇ ਹੇਠਾਂ ਕੰਮ ਹੀ ਨਹੀਂ ਕਰਾਉਣਾ ਚਾਹੁੰਦਾ। ਸਭ ਦੇ ਨਾ ਸਭ ਦੇ ਨਾ ਤੁਸੀਂ ਗਲਤ ਕਹਿੰਦੇ ਨਾ। ਨਵਜੋਤ ਸਿੰਘ ਸਿੱਧੂ ਦੇ, ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ, ਔਰ ਹੋਰ ਜੋ ਵੀ ਲੀਡਰ ਨੇ ਪੰਜਾਬ ਦੇ, ਮੈਂ ਰਾਜਾ ਵੜਿੰਗ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ, ਨਾ ਕਾਂਗਰਸ ਪਾਰਟੀ ਦਾ ਪ੍ਰਧਾਨ, ਇਹ ਮੇਰੇ ਸਾਰੇ ਸਤਿਕਾਰਯੋਗ ਨੇ। ਮੈਂ ਇਹਨਾਂ ਦੇ ਨੀਚੇ ਲੱਗ ਕੇ ਕੰਮ ਕਰ ਸਕਦਾ, ਨੋ ਪ੍ਰੋਬਲਮ। ਨੀਚੇ ਲੱਗ ਕੇ ਕਹਿ ਰਹੇ ਹੋ ਨਾ, ਪਰ ਇੱਕ ਜੋ ਹਾਇਰਾਰਕੀ ਔਰ ਜੋ ਕੰਮ ਕਰਨ ਦਾ ਸਟਾਈਲ ਹੋਏਗਾ, ਉਹ ਤੇ ਇਹੀ ਹੋਏ ਨਾ ਕਿ ਲੀਡਰ ਰਾਜਾ ਵੜਿੰਗ ਔਰ ਉਸ ਤੋਂ ਬਾਅਦ ਥੱਲੇ ਸਾਰੀ ਫੌਜ ਨੇ ਕੰਮ ਕਰਨਾ ਹੈ। ਉਹ ਤੁਹਾਨੂੰ ਲੱਗਦਾ ਹੈ ਕਿ ਹਾਂ ਸਾਰੀ ਫੌਜ, ਚਾਹੇ ਨਵਜੋਤ ਸਿੱਧੂ ਨੇ, ਚਾਹੇ ਚਰਨਜੀਤ ਸਿੰਘ ਚੰਨੀ ਨੇ, ਕੋਈ ਵੀ, ਕੋਈ ਚਾਹੇ ਛੋਟਾ ਵਰਕਰ ਹੈ ਚਾਹੇ ਵੱਡਾ ਵਰਕਰ ਹੈ, ਸਭ ਵਧੀਆ ਤਰੀਕੇ ਨਾਲ ਕੰਮ ਕਰ ਰਹੇ? ਮੈਨੂੰ ਲੱਗਦਾ ਜੀ, ਵੇਖੋ, ਨੀਵਿਆਂ ਰੁੱਖਾਂ ਨੂੰ ਫਲ ਲੱਗਦਾ ਰਹਿੰਦਾ। ਜਿੰਨੇ ਅਸੀਂ, ਇਹ ਸਾਡੇ ਬਹੁਤ ਸੀਨੀਅਰ ਆਗੂ ਨੇ, ਚਰਨਜੀਤ ਚੰਨੀ ਸਾਹਿਬ ਕਿਉਂਕਿ ਮੁੱਖ ਮੰਤਰੀ ਪੰਜਾਬ ਰਹਿ ਗਏ ਨੇ, ਪ੍ਰਤਾਪ ਸਿੰਘ ਬਾਜਵਾ ਸਾਹਿਬ, ਨਵਜੋਤ ਸਿੰਘ ਸਿੱਧੂ ਸਾਹਿਬ, ਸੁਖਜਿੰਦਰ ਰੰਧਾਵਾ ਸਾਹਿਬ, ਰਾਣਾ KP ਸਾਹਿਬ, ਸਾਡੇ ਡਿਪਟੀ ਚੀਫ ਮਿਨਿਸਟਰ ਤੁਹਾਡਾ ਸੋਨੀ ਸਾਹਿਬ। ਮੈਂ ਤਾਂ ਹਮੇਸ਼ਾ ਇਹਨਾਂ ਨੂੰ ਆਪਦੇ ਵਰਿਸ਼ਟ ਰੋਲ ਮਾਡਲ ਸਮਝਦਾ ਇਹਨਾਂ ਲੋਕਾਂ ਨੂੰ, ਤੇ ਮੈਨੂੰ ਤਾਂ ਕੋਈ ਇਹਨਾਂ ਤੋਂ ਗਿਲਾ ਵੀ ਨਹੀਂ ਹੈ। ਹਾਂ, ਕਦੇ ਕਦੇ ਕਿਸੇ ਗੱਲ ਤੇ ਆਮਣੇ ਸਾਹਮਣੇ ਅਸੀਂ ਕੋਈ ਆਰਗੂਮੈਂਟ ਜ਼ਰੂਰ ਹੋ ਜਾਂਦੀ ਹੈ ਜਿਹੜੀ ਮੈਂ ਕਿਸੇ ਦੀ ਗੱਲ ਨਾਲ ਸਹਿਮਤ ਨਹੀਂ ਹੈ। ਅਦਰਵਾਈਜ਼ ਮੈਂ ਇਹਨਾਂ ਨੂੰ ਫੋਨ ਕਰ ਲਾਂ ਜਾਂ ਮੈਨੂੰ ਇਹਨਾਂ ਦੇ ਨੀਚੇ ਲਾ ਕੇ ਕੰਮ ਕਰਨ 'ਚ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹ ਮੇਰੇ ਨਾਲ ਸਾਰੇ ਵੱਡੇ ਨੇ, ਉਮਰ 'ਚ ਵੱਡੇ ਨੇ। ਮੈਂ ਇਹਨਾਂ ਦਾ ਬਹੁਤ ਇੱਜ਼ਤ ਮਾਣ ਕਰਦਾ। ਮੈਂ ਤਾਂ ਤੁਹਾਨੂੰ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਜਦੋਂ ਸੀ ਮਤਲਬ ਕਿ ਪਾਰਟੀ ਦੇ ਪ੍ਰਧਾਨ, ਕਿਸ ਤਰ੍ਹਾਂ ਉਹਨਾਂ ਦੇ ਨਾਲ ਚੜ ਕੇ 24 ਘੰਟੇ ਕੰਮ ਕਰਦੇ ਸੀ। ਐਂਡ ਉਸ ਤੋਂ ਪਹਿਲਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਦੋਂ ਸੀ, ਜਾਖੜ ਸਾਹਿਬ ਸੀ, ਸਭ ਦੇ ਨਾਲ। ਰਾਜਾ ਵੜਿੰਗ ਦਾ ਇੱਕ ਹੀ ਕੰਮ ਰਿਹਾ ਕਿ ਜਿਹੜੀ ਨੌਕਰੀ ਜਾਂ ਜਿਹੜੀ ਪੋਸਟ ਤੇ ਤੁਸੀਂ ਹੈਗੇ ਹੋ, ਉਹਦੇ ਨਾਲ ਜ਼ਿੰਮੇਦਾਰੀ ਨਾਲ, ਵਫਾਦਾਰੀ ਨਾਲ ਤੁਸੀਂ ਆਪਦਾ ਕੰਮ ਕਰੋ। ਬਲਕੌਰ ਸਿੰਘ ਸਿੱਧੂ ਕਹਿ ਰਹੇ ਨੇ ਕਿ ਮੈਂ ਜਲੰਧਰ ਦੀ ਗਲੀਆਂ ਦੇ ਵਿੱਚ ਘੁੰਮਾਂਗਾ, ਸਰਕਾਰ ਦੇ ਖਿਲਾਫ ਪ੍ਰਚਾਰ ਕਰਾਂਗਾ। ਉਹ ਕਹਿ ਰਹੇ ਨੇ ਕਿ ਇਨਸਾਫ ਨਹੀਂ ਮਿਲ ਰਿਹਾ, ਔਰ ਲਗਾਤਾਰ ਤੁਹਾਡੇ ਜਿਸ ਤਰ੍ਹਾਂ ਉਹਨਾਂ ਦਾ ਰਿਲੇਸ਼ਨ ਨੇ, ਕਿਉਂ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਹਜੇ ਵੀ ਉਹਨਾਂ ਦਾ ਸਟਰਗਲ? ਦੇਖੋ, ਮੈਂ ਬਲਕੌਰ ਸਿੰਘ ਜੀ ਨੂੰ ਸਿਆਸਤ ਦੇ ਵਾਸਤੇ ਤਾਂ ਬਿਲਕੁਲ ਆਪਦੇ ਵਾਸਤੇ ਤਾਂ ਇਸਤੇਮਾਲ ਨਹੀਂ ਕਰਾਂਗਾ, ਲੇਕਿਨ ਜੋ ਬਲਕੌਰ ਸਿੰਘ ਕਹਿ ਰਹੇ ਨੇ ਉਹ ਬਿਲਕੁਲ ਸਹੀ ਹੈ। ਪਰ ਸੀਐਮ ਦਾ ਵੀ ਆਰੋਪ ਲਗਾ ਦਿੰਦੇ ਨੇ, ਕਹਿੰਦੇ ਤੁਹਾਡੀ ਗੱਡੀ 'ਚ ਬੈਠ ਕੇ ਇਸ਼ਾਰਾ ਕਰਦੇ ਨੇ ਕਿ ਉਹ ਵਿਧਾਨ ਸਭਾ ਪਹੁੰਚਦੇ ਨੇ, ਕਹਿੰਦੇ ਨਹੀਂ ਮੇਰੀ ਗੱਡੀ ਤਾਂ ਪਹੁੰਚੇ ਨਹੀਂ। ਮਤਲਬ ਕਹਿੰਦੇ ਨੇ ਕਿ ਕਿਦਾਂ ਦੀ ਗੱਡੀ ਤਾਂ ਦੱਸਦੇ ਨਹੀਂ ਆ, ਪਰ ਕਿਤੇ ਨਾ ਕਿਤੇ ਇਸ਼ਾਰਾ ਕਰ ਦਿੰਦੇ ਨੇ ਕਿ ਤੁਸੀਂ ਉਹਨਾਂ ਨੂੰ ਸਮਰਥਨ ਕਰਦੇ ਹੋ, ਸਿਆਸੀ ਇਸਤੇਮਾਲ ਕਰਦੇ। ਨਹੀਂ, ਪਹਿਲਾਂ ਮੈਨੂੰ ਇਹ ਦੱਸੋ ਕਿ ਅਗਰ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਤੋਂ ਚੁਣਾਵ ਲੜੇ ਸਨ, ਸਿੱਧੂ ਮੂਸੇਵਾਲੇ ਦੀ ਮੌਤ ਹੋ ਜਾਂਦੀ ਹੈ, ਰਾਜਾ ਵੜਿੰਗ ਹਰੀ ਉੱਥੇ ਪਹੁੰਚ ਜਾਂਦੇ ਨੇ, ਕੀ ਇਹ ਸਿਆਸੀ ਮਾਹੌਲ ਗਰਮ ਕਰਦੇ ਹਾਂ ਅਸੀਂ? ਕੀ ਇੱਕ ਜਿਹੜਾ ਪੁੱਤ ਚਲਾ ਗਿਆ ਹੋਵੇ, ਉਹਦੇ ਬਾਪ ਨਾਲ ਅਫਸੋਸ ਕਰਨਾ ਔਰ ਉਹਦੇ ਬਾਪ ਨੂੰ ਪੁੱਛਣਾ ਕਿ ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ, ਉਹਦੀ ਬਰਸੀ ਤੇ ਜਾਣਾ, ਉਹਦੇ ਭੋਗ ਤੇ ਜਾਣਾ। ਅਗਰ ਉਹਦਾ ਬਾਪ ਕਹਿ ਰਿਹਾ ਕਿ ਮੈਨੂੰ ਇਨਸਾਫ ਨਹੀਂ ਮਿਲਿਆ, ਤੇ ਅਗਰ ਉਹ ਕਹਿਣਾ ਕਿ ਹਾਂਜੀ ਜੋ ਬਲਕੌਰ ਸਿੰਘ ਕਹਿ ਰਹੇ ਨੇ ਉਹ ਸਹੀ ਕਹਿ ਰਹੇ ਨੇ, ਕੀ ਇਸ ਕੰਮ ਨੂੰ ਸਿਆਸੀ ਰੰਗਤ ਹੈ? ਬਲਕੌਰ ਸਿੰਘ ਜੀ ਇੱਕ ਨੌਕਰੀ ਫੌਜੀ ਰਹੇ ਨੇ, ਰਿਟਾਇਰ ਹੋ ਕੇ ਉਹਨਾਂ ਨੇ ਆ ਕੇ ਇੱਥੇ ਨੌਕਰੀ ਜੁਆਇਨ ਕੀਤੀ ਪੰਜਾਬ 'ਚ, ਹੁਣੇ ਪਿੱਛੇ ਜੇ ਰਿਟਾਇਰ ਹੋਏ ਨੇ। ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਸਭ ਕੁਝ ਜਾਣਦੇ ਨੇ, ਉਹ ਕਿਸੇ ਦੇ ਕਹਿਣ ਤੇ ਕੁਝ ਨਹੀਂ ਕੰਮ ਚੱਲਦੇ, ਔਰ ਮੈਂ ਕਦੇ ਉਹਨਾਂ ਨੂੰ ਕੁਝ ਨਹੀਂ ਕਿਹਾ। ਜੋ ਕਹਿ ਰਹੇ ਨੇ ਕਿ ਜਲੰਧਰ ਦੀ ਗਲੀਆਂ ਦੇ ਵਿੱਚ ਪ੍ਰਚਾਰ ਕਰਨਗੇ, ਇਸ ਸਥਿਤੀ ਦੇ ਵਿੱਚ ਉਹਨਾਂ ਨੂੰ ਆ ਕੇ ਉਹ ਜੋ ਪਲਾਨ ਕਰ ਰਹੇ ਨੇ ਉਹ ਕਰਨਾ ਚਾਹੀਦਾ। ਦੇਖੋ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਇਹਦੇ ਤੇ ਬਲਕੌਰ ਸਿੰਘ ਜੀ ਖੁਦ ਆਪ ਦਾ ਫੈਸਲਾ ਲੈਣਗੇ। ਫਿਰ ਲੋਕ ਕਹਿਣਗੇ ਰਾਜਨੀਤੀ ਕਰਦਾ ਰਾਜਾ ਵੜਿੰਗ, ਜੋ ਉਹਨਾਂ ਦਾ ਫੈਸਲਾ ਹੋਏਗਾ ਉਹ ਸਾਡੇ ਸਿਰ ਮੱਥੇ ਹੋਏਗਾ। ਉਹਨਾਂ ਨੇ ਆਉਣਾ ਹੈ, ਨਹੀਂ ਆਉਣਾ, ਪ੍ਰਚਾਰ ਕਰਨਾ ਹੈ, ਨਹੀਂ ਕਰਨਾ, ਕੁਝ ਕਹਿਣਾ ਹੈ, ਨਹੀਂ ਕਹਿਣਾ। ਪਰ ਹਾਂ, ਮੈਂ ਜ਼ਰੂਰ ਕਹੂੰਗਾ ਕਿ ਜਿੰਨਾ ਚਿਕਰ ਬਲਕੌਰ ਸਿੰਘ ਜੀ ਦੀ ਆਵਾਜ਼, ਉਹਨਾਂ ਦੀ ਜ਼ੁਬਾਨ ਇਹ ਗੱਲ ਕਹੇਗੀ ਕਿ ਮੈਨੂੰ ਇਨਸਾਫ ਨਹੀਂ ਮਿਲਿਆ, ਉਹਨਾਂ ਚਿਕਰ ਰਾਜਾ ਵੜਿੰਗ ਵੀ ਇਹ ਗੱਲ ਕਹੇਗਾ ਕਿ ਬਿਲਕੁਲ ਇਨਸਾਫ ਨਹੀਂ ਮਿਲਿਆ। ਕਿਉਂਕਿ ਮਾਂ-ਬਾਪ ਅਗਰ ਸੈਟੀਸਫਾਈਡ ਨਹੀਂ ਹੈ, ਜੇ ਜਿਹੜਾ ਪੁੱਤ ਗਿਆ ਉਹ ਬਾਪ ਦੀ ਤਸੱਲੀ ਨਹੀਂ ਹੋਈ ਤੇ ਉਸ ਮਾਂ ਦੀ ਤਸੱਲੀ ਨਹੀਂ ਹੋਈ, ਤੇ ਰਾਜਾ ਵੜਿੰਗ ਕਿੱਦਾਂ ਕਹਿ ਸਕਦੇ? ਮੇਰੇ ਤੋਂ ਕੀ ਉਮੀਦ ਕਰਦੇ ਹੋ ਕਿ ਮੈਂ ਕਹਾਂ ਕਿ ਬਲਕੌਰ ਸਿੰਘ ਝੂਠ ਬੋਲਦਾ ਹੈ? ਫਿਰ ਸਰਕਾਰ ਨੂੰ ਲੱਗੇਗਾ ਕਿ ਮੈਂ ਸਹੀ ਕਹਿ ਰਿਹਾ। ਕੀ ਮੈਨੂੰ ਇੱਕ ਜਿਹੜਾ ਦੁਖੀ ਬਾਪ ਹੈ ਉਹਦੇ ਨਾਲ ਨਹੀਂ ਖੜਾ ਹੋਣਾ ਚਾਹੀਦਾ? ਕੀ ਮੈਨੂੰ ਉਸ ਦੁਖੀ ਬਾਪ ਦੀ ਆਵਾਜ਼ ਨੂੰ ਬੁਲੰਦ ਨਹੀਂ ਕਰਨਾ ਚਾਹੀਦਾ? ਕੀ ਮੈਨੂੰ ਉਹਦੀਆਂ ਗੱਲਾਂ ਨੂੰ ਸੈਕਿੰਡ ਨਹੀਂ ਕਰਨਾ ਚਾਹੀਦਾ? ਅਗਰ ਇਸ ਗੱਲ ਨੂੰ ਲੋਕ ਕਹਿੰਦੇ ਕਿ ਸਿਆਸੀ ਰੰਗਤ ਹੈ, ਕੋਈ ਸਰਕਾਰ ਕਹਿੰਦੀ ਹੈ, ਤਾਂ ਹੈਗੀ ਹੈ। ਆਖਰੀ ਸਵਾਲ ਹੈ, ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਸੀਗੀ ਕਿ ਜੇ ਇਹ ਸੀਟ ਤੁਸੀਂ ਜਿੱਤਦੇ ਹੋ ਤਾਂ ਕਿਤੇ ਨਾ ਕਿਤੇ ਨੈਸ਼ਨਲ ਲੈਵਲ ਤੇ ਜੋ ਪੋਲਿਟਿਕਸ ਚੱਲ ਰਹੀ ਹੈ, ਔਰ ਜਿਸ ਤਰ੍ਹਾਂ ਦੀ ਸਥਿਤੀ ਰਾਹੁਲ ਗਾਂਧੀ ਜਿਸ ਤਰ੍ਹਾਂ ਦਾ ਸਟਰਗਲ ਕਲੇਮ ਕਰ ਰਹੇ ਨੇ ਕਿ ਲੋਕ ਸਭਾ ਦੀ ਮੈਂਬਰਸ਼ਿਪ ਗਈ, ਸਜ਼ਾ ਹੋਈ, ਔਰ ਲੱਗਦਾ ਹੈ ਕਿ ਇਹ ਸੀਟ ਜਿੱਤਣੀ ਪੂਰੀ ਕਾਂਗਰਸ ਪਾਰਟੀ ਦੇ ਲਈ, ਪੂਰੇ ਦੇਸ਼ ਦੇ ਲਈ ਬੜਾ ਵੱਡਾ ਚੈਲੰਜ ਹੈ, ਬੜੀ ਵੱਡੀ ਲੋੜ ਹੈ ਔਰ ਉਪਲਬਧੀ ਹੋਏਗੀ ਜੇ ਇਹ ਸੀਟ ਜਿੱਤੀ ਹੈ ਕਾਂਗਰਸ। ਦੇਖੋ, ਕੋਈ ਵੀ
ਅਗਰ ਸੀਟ ਜਿੱਤਦੇ ਆ ਤਾਂ ਉਹ ਉਪਲਬਧੀ ਹੁੰਦੀ ਹੈ ਔਰ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਵੱਡਾ ਜੇ ਜਿੱਤਦੇ ਨਹੀਂ 100% ਇਹ ਸੀਟ ਜਿੱਤਾਂਗੇ ਔਰ ਇੱਕ ਟਰਨਿੰਗ ਪੁਆਇੰਟ ਵੀ ਹੋਏਗਾ ਪੰਜਾਬ ਦੇ ਅੰਦਰ 2024 ਦੀਆਂ ਜਿਹੜੀਆਂ ਆਉਣ ਵਾਲੀਆਂ ਚੋਣਾਂ ਹੋਣੀਆਂ ਜਨਰਲ ਇਲੈਕਸ਼ਨ ਹੋਣਗੇ ਮੈਂਬਰ ਆਫ ਪਾਰਲੀਮੈਂਟ ਦੇ ਉਹਦੇ ਤੇ ਲੋਕਾਂ ਨੂੰ ਇਹ ਕਲੀਅਰ ਕੱਟ ਇੱਕ ਪਿਕਚਰ ਨਜ਼ਰ ਆਏਗੀ ਕਿ ਕੀ ਹੋਏਗਾ ਆਉਣ ਵਾਲੇ ਸਮੇਂ ਦੇ ਪੂਰੇ ਵਿੱਚ ਪੰਜਾਬ ਲਈ ਕਿ ਇਹ ਸੀਟ ਦੀ ਜਿੱਤ ਰਾਹੁਲ ਗਾਂਧੀ ਨੂੰ ਮੋਦੀ ਦੇ ਖਿਲਾਫ ਵੀ ਬਹੁਤ ਮਜ਼ਬੂਤ ਕਰੇਗੀ 100% ਪੂਰੇ ਪੰਜਾਬ ਦੀ ਵੀ ਔਰ ਦੇਸ਼ ਦੇ ਵੀ ਜਿਸ ਪ੍ਰਕਾਰ ਰਾਹੁਲ ਗਾਂਧੀ ਦੇ ਜਿਸ ਸਿਆਸਤ ਚੱਲ ਰਹੀ ਹੈ ਅੱਜ ਮੈਂ ਦੇਖ ਰਿਹਾ ਸੀ ਤੇਜਸਵੀ ਵੀ ਜਾ ਰਿਹਾ ਸੀ ਈਡੀ ਦੀ ਅੱਜ ਕੇ ਰਾਤ ਨੂੰ ਈਡੀ ਦੀ ਪੇਸ਼ੀ ਭੁਗਤਣ ਪਹਿਲਾਂ ਬਾਪ ਨੂੰ ਅੰਦਰ ਦਿੱਤਾ ਲਾਲੂ ਪ੍ਰਸਾਦ ਯਾਦਵ ਨੂੰ ਫਿਰ ਇਹ ਰਾਹੁਲ ਗਾਂਧੀ ਤੇ ਜਿਸ ਪ੍ਰਕਾਰ ਸਜ਼ਾ ਹੋਈ ਔਰ ਸਦਸਤਾ ਰੱਦ ਕੀਤੀ ਔਰ ਕੋਠੀ ਖਾਲੀ ਕਰਨ ਨੂੰ ਕਿਹਾ ਅੱਜ ਲੋਕ ਬੋਲ ਨਹੀਂ ਰਹੇ ਬੇਸ਼ੱਕ ਉਹ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਕਿ ਨਹੀਂ ਜੁੜੇ ਲੇਕਿਨ ਉਹ ਇਹ ਗੱਲ ਕਹਿ ਰਹੇ ਹੈ ਕਿ ਬੀਜੇਪੀ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਗ੍ਰਹਿ ਮੰਤਰੀ ਏਜੰਸੀਆਂ ਦਾ ਗਲਤ ਇਸਤੇਮਾਲ ਕਰਕੇ ਆਪੋਜੀਸ਼ਨ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਅੱਜ ਕੋਈ ਮਹਿੰਗਾਈ ਦੇ ਖਿਲਾਫ ਗੱਲ ਨਹੀਂ ਕਰ ਰਿਹਾ ਹੋਰ ਮੁੱਦੇ ਬੜੇ ਹੈ ਉਹਨਾਂ ਦੇ ਖਿਲਾਫ ਗੱਲ ਨਹੀਂ ਕਰ ਰਿਹਾ ਅੱਜ ਗੈਸ ਦਾ ਸਿਲੰਡਰ 1150 ਦਾ ਹੋ ਗਿਆ ਕੋਈ ਨਹੀਂ ਗੱਲ ਕਰ ਅੱਜ ਅਡਾਨੀ ਦਾ ਬਹੁਤ ਵੱਡਾ ਮੁੱਦਾ ਹੈ ਇੱਕ ਵਿਅਕਤੀ ਹੈ ਜਿਹੜਾ ਰਾਹੁਲ ਗਾਂਧੀ ਜਿਹੜਾ ਅਡਾਨੀ ਦੇ ਖਿਲਾਫ ਬੋਲਦਾ ਸੀ ਉਹਨੂੰ ਕਹਤਾ ਕਿ ਤੇਰੀ ਸਦਸਤਾ ਰੱਦ ਇਦੋਂ ਵੱਡਾ ਮੈਂ ਸਮਝਦਾ ਕਿ ਫਰਮਾਨ ਕੀ ਦੇ ਸਕਦੇ ਹੋ ਤੁਸੀਂ ਇਹ ਤੁਗਲਕੀ ਫਰਮਾਨ ਹੈ ਆਜ਼ਾਦ ਭਾਰਤ ਦੇ ਵਿੱਚ ਸਭ ਤੋਂ ਵੱਡੀ ਡੈਮੋਕ੍ਰੇਸੀ ਜਿਸ ਦੇਸ਼ ਦੀ ਹੋਵੇ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦਾ ਸਪੀਕਰ ਇਸ ਤਰ੍ਹਾਂ ਤੁਗਲਕੀ ਫਰਮਾਨ ਦੇ ਰਾਹੀਂ ਇਹ ਕਹਦੇ ਕਿ ਜਾਓ ਅਸੀਂ ਦੇਸ਼ ਦੀ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਔਰ ਦੇਸ਼ ਦੇ ਸਭ ਤੋਂ ਵੱਡੇ ਰਾਜਨੀਤਿਕ ਘਰਾਣੇ ਦਾ ਉਹ ਨੌਜਵਾਨ ਰਾਹੁਲ ਗਾਂਧੀ ਜਿਹੜਾ ਹੁਣੇ ਯਾਤਰਾ 4000 ਕਿਲੋਮੀਟਰ ਦੀ ਕੰਪਲੀਟ ਕਰਕੇ ਆਇਆ ਹੋਵੇ ਉਹਨੂੰ ਤੁਸੀਂ ਯਾਰ ਇੱਕ ਹੱਲੇ 'ਚ ਹੀ ਹਟਾਤਾ ਔਰ ਮੈਕਸਿਮਮ ਸਜ਼ਾ ਦੇਸ਼ ਸਭ ਜਾਣਦਾ ਕਿ ਭਾਸ਼ਣ ਉੱਥੇ ਹੋਇਆ 2019 ਦਾ ਕੇਸ ਗੁਜਰਾਤ 'ਚ ਹੋਇਆ ਤੇ ਕਿੱਦਾਂ ਕੀ ਕੰਮ ਚੱਲਿਆ ਦੇਸ਼ ਸਾਰੀ ਸਥਿਤੀ ਜਾਣਦਾ ਲੋਕਾਂ ਨੂੰ ਯਾਦ ਹੈ ਚੇਤੇ ਹੈ 2 ਸੁਪਰੀਮ ਕੋਰਟ ਦੇ ਜੱਜਾਂ ਨੇ ਸਿਟਿੰਗ ਜजेस ਨੇ ਆ ਕੇ ਬਾਹਰ ਕਿਹਾ ਸੀ ਕਿ ਦੇਸ਼ के अंदर सब कुछ ठीक नहीं चल ਰਿਹਾ ਇਹ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਤੇ ਅੱਜ ਦੇਸ਼ ਦੇ ਲੋਕ ਇਹ ਜਾਣਦੇ ਠੀਕ ਹੈ ਮਰਿਆਦਾ ਦੇ ਸਹਿਤ ਆਪਦੇ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹੈ ਕਿ ਸਾਡੀਆਂ ਕੋਈ ਮਰਿਆਦਾ ਹੈਗੀਆਂ ਅਦਰਵਾਈਜ਼ ਇਹਨਾਂ ਨੇ ਹਰ ਚੀਜ਼ ਦੀਆਂ ਧੱਜੀਆਂ ਉਡਾ ਦਿੱਤੀਆਂ ਸੰਵਿਧਾਨ ਦਾ ਮੈਂ ਸਮਝਦਾ ਕਿ ਸੰਵਿਧਾਨ ਨੂੰ ਸਿੱਕੇ ਟੰਗਤਾ ਇਹਨਾਂ ਲੋਕਾਂ ਨੇ ਆਖਰੀ ਸਵਾਲ ਕਿੰਨੀ ਉਮੀਦ ਹੈ ਕਿੰਨੇ ਮਾਰਜਨ ਦੇ ਨਾਲ ਤੁਹਾਡੇ ਪਾਰਟੀ ਦੇ ਉਮੀਦਵਾਰ ਲੋਕ ਸਭਾ 'ਚ ਪਹੁੰਚ ਸਕਦੇ ਨੇ ਇਸ ਜਿਮਨੀ ਚੋਣ 'ਚ ਇਹਦਾ ਤਾਂ ਪਤਾ ਨਹੀਂ ਆ ਟੂ ਬੀ ਵੈਰੀ ਓਨੈਸਟ ਐਵੇਂ ਮੈਂ ਤੁਹਾਨੂੰ ਕਹਾਂ ਫਿਰ ਤੁਸੀਂ ਲੋਕ ਅਗਲਾ ਕਹਿੰਦਾ ਕਿ ਯਾਰ ਫਲਾਣਾ ਟਾਰਗੇਟ ਕਿਹਾ ਸੀ ਜਿਵੇਂ ਸੁਖਬੀਰ ਕਹਿੰਦਾ ਸੀ ਮੇਰੀਆਂ 80 ਸੀਟਾਂ ਆ ਰਹੀਆਂ ਤੇ ਫਲਾਣਾ ਮੈਂ ਇਹ ਤਾਂ ਨਹੀਂ ਕਹਿ ਸਕਦਾ ਲੇਕਿਨ ਮੈਨੂੰ ਲੱਗਦਾ ਕਿ ਸੋਹਣੇ ਮਾਰਜਨ ਤੇ ਚੰਗੇ ਮਾਰਜਨ ਤੇ ਕਾਂਗਰਸ ਪਾਰਟੀ ਕਿਉਂਕਿ ਜਿਹੜਾ ਸਾਡਾ ਕੈਂਡੀਡੇਟ ਹੈ ਉਹਦੇ ਪ੍ਰਤੀ ਸਿੰਪਥੀ ਹੈਗੀ ਹੈ ਉਹਦੇ ਪ੍ਰਤੀ ਇਹ ਹੈਗਾ ਕਿ ਸਭ ਤੋਂ ਪੜ੍ਹਿਆ ਲਿਖਿਆ ਅਗਰ ਕੋਈ ਕੈਂਡੀਡੇਟ ਹੈਗਾ ਦੈਟ ਇਜ਼ ਕਰਮਜੀਤ ਕੌਰ ਚੌਧਰੀ ਪ੍ਰੋਫੈਸਰ ਰਹੇ ਪ੍ਰਿੰਸੀਪਲ ਰਹੇ ਬਹੁਤ ਸਾਰੇ ਨੌਜਵਾਨਾਂ ਨੂੰ ਪੜ੍ਹਾਇਆ ਬਹੁਤ ਸਾਰੇ ਸਟੂਡੈਂਟਸ ਉਹਨਾਂ ਦੇ ਫਿਰਦੇ ਆ ਜਿਨ੍ਹਾਂ ਦੇ ਮਨ 'ਚ ਮੈਂ ਵੇਖਣ ਨੂੰ ਮਿਲਿਆ ਕਿ ਨਹੀਂ ਮੈਡਮ ਕਰਮਜੀਤ ਕੌਰ ਨੂੰ ਅਸੀਂ ਵੋਟ ਦੇਣੀ ਹੈ ਨਾਟ ਓਨਲੀ ਜਸਟ ਬਿਕੋਜ਼ ਕਿ ਚੌਧਰੀ ਸਾਹਿਬ ਦੀ ਉਹ ਧਰਮ ਪਤਨੀ ਹੈ ਉਹਨਾਂ ਦਾ ਇੱਕ ਆਪਦਾ ਵੀ ਵਿਦਿਆ ਦੇ ਨਾਲ ਲੋਕਾਂ ਦੇ ਵਿੱਚ ਪ੍ਰਭਾਵ ਹੈਗਾ ਔਰ ਮੈਨੂੰ ਪੂਰਨ ਉਮੀਦ ਹੈ ਕਿ ਬਹੁਤ ਸੋਹਣੇ ਮਾਰਜਨ ਦੇ ਨਾਲ ਕਾਂਗਰਸ ਪਾਰਟੀ ਇਹ ਸੀਟ ਜਿੱਤੇਗੀ ਬਿਲਕੁਲ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਇਹ ਸਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੋ ਕਲੇਮ ਕਰ ਰਹੇ ਨੇ ਕਿ 13 ਮਈ ਨੂੰ ਜੋ ਫੈਸਲਾ 10 ਮਈ ਨੂੰ ਜਲੰਧਰ ਦੇ ਲੋਕਾਂ ਨੇ ਲਿਆ ਹੋਏਗਾ ਉਹਦੇ ਨਾਲ ਪੰਜਾਬ ਸਰਕਾਰ ਔਰ ਪੰਜਾਬ ਲੈਵਲ ਤੇ ਵੀ ਔਰ ਨੈਸ਼ਨਲ ਲੈਵਲ ਤੇ ਵੀ ਕਾਂਗਰਸ ਪਾਰਟੀ ਨੂੰ ਬਹੁਤ ਜ਼ਿਆਦਾ ਮਜ਼ਬੂਤੀ ਮਿਲਣ ਜਾ ਰਹੀ ਹੈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ